ਅੱਜ ਅਸੀਂ ਉਸ ਮਹਾਨ ਹਸਤੀ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਨੂੰ ਦੁਨੀਆ ਨੇ ਜਾਤੀ ਵਿੱਚ ਬੰਨ੍ਹ ਦਿੱਤਾ, ਪਰ ਉਹਨਾਂ ਦੀਆਂ ਸਿੱਖਿਆਵਾਂ ਨੇ ਪੂਰੀ ਦੁਨੀਆ ਨੂੰ ਆਜ਼ਾਦੀ ਦਾ ਗਿਆਨ ਦਿੱਤਾ। ਅਸੀਂ ਅੱਜ ਗੱਲ ਕਰਾਂਗੇ ਗੁਰੂ ਰਵਿਦਾਸ ਸਾਹਿਬ ਜੀ ਦੇ ਬਾਰੇ। ਉਹਨਾਂ ਦਾ ਜਨਮ ਦਿਨ ਆ ਰਿਹਾ ਹੈ। ਪੂਰੀ ਦੁਨੀਆ ਵਿੱਚ ਲੋਕ ਉਹਨਾਂ ਦੀ ਜਯੰਤੀ ਦੀਆਂ ਤਿਆਰੀਆਂ ਕਰ ਰਹੇ ਨੇ। ਹਰ ਤਰਫ ਢੋਲ ਨਗਾੜੇ ਵੱਜ ਰਹੇ ਨੇ, ਪਰ ਅਫਸੋਸ ਜ਼ਿਆਦਾਤਰ ਲੋਕ ਉਹਨਾਂ ਨੂੰ ਸਿਰਫ ਔਰ ਸਿਰਫ ਉਹਨਾਂ ਦੀ ਜਾਤੀ ਦੇ ਨਾਮ ਨਾਲ ਹੀ ਜਾਣਦੇ ਨੇ, ਉਹਨਾਂ ਦੇ ਗਿਆਨ ਨਾਲ ਨਹੀਂ। ਸੱਚ ਤਾਂ ਇਹ ਹੈ ਕਿ ਇਨਸਾਨ ਜਿਸ ਤਲ 'ਤੇ ਖੁਦ ਹੁੰਦਾ ਹੈ, ਉਸੇ ਤਲ 'ਤੇ ਉਹਨਾਂ ਮਹਾਨ ਹਸਤੀਆਂ ਨੂੰ ਵੀ ਖਿੱਚ ਕੇ ਆਪਣੇ ਹੀ ਤਲ 'ਤੇ ਲੈ ਆਉਂਦਾ। ਕਿਉਂਕਿ ਸਾਡੇ ਵਿੱਚ ਇੰਨੀ ਹਿੰਮਤ ਨਹੀਂ ਹੁੰਦੀ ਕਿ ਅਸੀਂ ਉਸ ਉਚਾਈ ਨੂੰ ਛੂਹ ਸਕੀਏ, ਉਸ ਉਚਾਈ ਤੱਕ ਉੱਠ ਸਕੀਏ। ਅਤੇ ਫਿਰ ਅਸੀਂ ਇੱਕ ਚਾਲ ਚੱਲਦੇ ਹਾਂ। ਫਿਰ ਅਸੀਂ ਉਹਨਾਂ ਨੂੰ ਵੀ ਆਪਣੀ ਜਾਤੀਆਂ ਦੇ ਘੇਰੇ ਵਿੱਚ ਹੀ ਬੰਨ੍ਹ ਲੈਂਦੇ ਹਾਂ, ਕੈਦ ਕਰ ਲੈਂਦੇ ਹਾਂ ਆਪਣੇ ਘੇਰਿਆਂ ਦੇ ਵਿੱਚ, ਕਿਉਂਕਿ ਸਾਨੂੰ ਘੇਰਿਆਂ 'ਚ ਜੀਣਾ ਬਹੁਤ ਚੰਗਾ ਲੱਗਦਾ ਹੈ। ਹੰਕਾਰ ਨੂੰ ਪਹਿਚਾਨਣਾ ਬਹੁਤ ਪਿਆਰ ਹੁੰਦਾ ਹੈ। ਉਹ ਇੱਕ ਬੋਧਵਾਨ ਇਨਸਾਨ ਸੀ। ਅਸਲੀ ਸੰਤ ਇੱਕ ਫਿਲੋਸਫਰ ਹੁੰਦਾ ਹੈ ਜੋ ਦੁਨੀਆ ਨੂੰ ਫਿਲੋਸਫੀ ਸਿਖਾਉਂਦਾ ਹੈ, ਜ਼ਿੰਦਗੀ ਨੂੰ ਗਹਿਰਾਈ ਨਾਲ ਦੇਖਣਾ ਸਿਖਾਉਂਦਾ ਹੈ, ਗਹਿਰਾਈ ਨਾਲ ਜੀਣਾ ਸਿਖਾਉਂਦਾ, ਨਾ ਕਿ ਜੋ ਸਾਨੂੰ ਸਮਾਜ ਨੇ ਬਣਾ ਦਿੱਤਾ ਉਸ ਦੇ ਆਧਾਰ 'ਤੇ ਦੇਖਣਾ ਦੀ ਸਿੱਖਿਆ ਦਿੰਦਾ ਹੈ। ਉਹ ਸਾਨੂੰ ਆਪਣੇ ਆਪ ਨੂੰ ਖੋਜਣ ਦੀ ਇੱਕ ਕਲਾ ਸਿਖਾਉਂਦੇ ਨੇ। ਰਵਿਦਾਸ ਸਾਹਿਬ ਜੀ ਕਹਿੰਦੇ ਨੇ, ਕੂਪ ਭਰਿਓ ਜੈਸੇ ਦਾਦਰਾ, ਕੁਛ ਦੇਸ਼ ਵਿਦੇਸ਼ ਨਾ ਬੂਝ। ਯਾਨੀ ਕਿ ਅਸੀਂ ਖੂਹ ਦੇ ਡੱਡੂ ਦੀ ਤਰ੍ਹਾਂ ਹੀ ਜ਼ਿੰਦਗੀ ਜੀਂਦੇ ਹਾਂ। ਉਸ ਖੂਹ ਤੋਂ ਜ਼ਿਆਦਾ ਸਾਨੂੰ ਕੁਛ ਨਹੀਂ ਪਤਾ, ਔਰ ਉਹੀ ਸਾਡੀ ਪੂਰੀ ਦੁਨੀਆ ਹੈ। ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਜਾਣਨਾ ਵੀ ਨਹੀਂ ਚਾਹੁੰਦੇ ਕਿ ਉਸ ਖੂਹ ਤੋਂ ਬਾਹਰ ਕਿੰਨੀ ਵੱਡੀ ਸੱਚਾਈ ਹੈ ਜਿਹੜੀ ਸਾਨੂੰ ਜਾਣਨੀ ਬਹੁਤ ਜ਼ਰੂਰੀ ਹੈ। ਪਰ ਅਸੀਂ ਉਸ ਛੋਟੇ ਜਿਹੇ ਘੇਰੇ ਦੇ ਵਿੱਚ ਹੀ ਜਾਤੀਆਂ ਦੇ ਢੋਲ ਵਜਾਉਂਦੇ ਰਹਿ ਜਾਂਦੇ ਹਾਂ ਔਰ ਨਫ਼ਰਤ ਕ੍ਰੋਧ ਦੀ ਅੱਗ ਵਿੱਚ ਜਲਦੇ ਹਾਂ ਉਮਰ ਭਰ। ਲੇਕਿਨ ਸਾਡੇ ਰਵਿਦਾਸ ਸਾਹਿਬ ਜੀ ਸੱਚ ਦੇ ਖੋਜੀ ਸਨ। ਕਿਸੇ ਧਰਮ ਜਾਂ ਜਾਤੀ ਸਮੂਹ ਦੀ ਗੱਲ ਨਹੀਂ ਉਹ ਕਰਦੇ। ਉਹਨਾਂ ਨੇ ਊਚ ਨੀਚ ਔਰ ਦਿਖਾਵੇ ਦੇ ਪਖੰਡ ਨੂੰ ਕਿਸੇ ਲੜਾਈ ਨਾਲ ਨਹੀਂ, ਬਲਕਿ ਆਪਣੇ ਕੰਮ, ਆਪਣੇ ਗਿਆਨ ਔਰ ਆਪਣੇ ਮਨ ਦੀ ਸਫਾਈ ਨਾਲ ਗਲਤ ਸਾਬਿਤ ਕੀਤਾ। ਉਹਨਾਂ ਨੇ ਪੂਰੀ ਦੁਨੀਆ ਨੂੰ ਦਿਖਾਇਆ ਕਿ ਪਰਮਾਤਮਾ ਪੱਥਰਾਂ ਦੇ ਵਿੱਚ ਨਹੀਂ ਹੈ, ਮਹਿਲਾਂ ਦੇ ਵਿੱਚ ਨਹੀਂ ਹੈ, ਨਾ ਸੋਨਾ ਚਾਂਦੀਆਂ ਦੇ ਮਹਿਲਾਂ ਵਿੱਚ ਨਹੀਂ ਹੈ, ਬਲਕਿ ਸਾਡੇ ਹੀ ਹਿਰਦਿਆਂ ਦੇ ਅੰਦਰ ਹੈ। ਜੇ ਮਿਲੇਗਾ ਤਾਂ ਸਾਨੂੰ ਸਾਡੇ ਅੰਦਰ ਹੀ ਮਿਲੇਗਾ। ਅੱਜ ਰਵਿਦਾਸ ਸਾਹਿਬ ਜੀ ਦੀ ਇਸੇ ਗੱਲ ਨੂੰ ਯਾਦ ਕਰਦਿਆਂ ਹੋਇਆ ਆਪਣੇ ਆਪ ਨਾਲ ਇੱਕ ਸਵਾਲ ਕਰੋ ਕਿ ਅਸੀਂ ਕਿਤੇ ਨਾ ਕਿਤੇ ਇਸ ਖੂਹ ਦੇ ਡੱਡੂ ਹੀ ਬਣ ਕੇ ਤਾਂ ਰਹਿ ਗਏ ਨਾ। ਕਦੀ ਇਸ ਤੋਂ ਅਸੀਂ ਬਾਹਰ ਨਿਕਲਣ ਦਾ ਕਦੀ ਸੋਚਿਆ ਕਿ ਅਸੀਂ ਵਾਕਿਆ ਹੀ ਉਹਨਾਂ ਦੀਆਂ ਸਿੱਖਿਆਵਾਂ ਨੂੰ ਸਮਝ ਪਾ ਰਹੇ ਹਾਂ, ਜਾਂ ਬਸ ਤਿਉਹਾਰ ਮਨਾ ਕੇ, ਸ਼ੋਰ ਸ਼ਰਾਬਾ ਮਚਾ ਕੇ, ਗਾ ਵਜਾ ਕੇ, ਢੋਲ ਬਾਜੇ ਨਗਾੜੇ ਵਜਾ ਕੇ ਫਿਰ ਉਸ ਖੂਹੇ ਦੇ ਵਿੱਚ ਹੀ ਵਾਪਸ ਚਲੇ ਜਾਂਦੇ ਹਾਂ, ਉਸੇ ਵਿੱਚ ਹੀ ਅਸੀਂ ਫਿਰ ਡਿੱਗ ਜਾਂਦੇ ਹਾਂ ਸ਼ੋਰ ਮਚਾ ਕੇ। ਕੀ ਇਹ ਸਾਡੀ ਭਗਤੀ ਹੈ? ਕੀ ਇਹ ਸੱਚਾਈ ਹੈ ਸਾਡੇ ਜੀਵਨ ਦੀ? ਇਹੀ ਧਰਮ ਹੈ? ਇਸੇ ਬਾਰੇ ਸਾਡੇ ਸੰਤ, ਸਾਡੇ ਸੂਫੀ ਕਹਿ ਰਹੇ ਨੇ, ਜਾਂ ਗੱਲ ਕੁਛ ਹੋਰ ਹੈ? ਅਸੀਂ ਉਹਨਾਂ ਮਹਾਨ ਹਸਤੀਆਂ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਆਪਣੀ ਜਾਤੀਆਂ ਦੇ ਘੇਰਿਆਂ ਵਿੱਚ ਕੈਦ ਕਰ ਲੈਂਦੇ ਹਾਂ, ਪਰ ਜੀਂਦੇ ਜੀ ਇੱਕ ਆਤਮ ਗਿਆਨੀ ਨੂੰ ਕੈਦੀ ਬਣਾਉਣਾ ਸੰਭਵ ਨਹੀਂ ਇਸ ਸਮਾਜਿਕ ਬੰਧਨਾਂ ਵਿੱਚ। ਪਰ ਉਹਨਾਂ ਦੇ ਜਾਣ ਤੋਂ ਬਾਅਦ ਦੁਨੀਆ ਨੇ ਖੂਬ ਢੋਲ ਨਗਾੜੇ ਵਜਾਏ ਨੇ। ਉਹਨਾਂ ਦੇ ਸਾਹਮਣੇ ਜੋ ਵੀ ਉਸ ਟਾਈਮ ਵਜਾਉਂਦਾ ਸੀ ਉਹ ਉਹਨਾਂ ਦਾ ਵਿਰੋਧ ਕਰਦੇ ਹੁੰਦੇ ਸੀ। ਇਸੇ ਕਰਕੇ ਦੁਨੀਆ ਉਹਨਾਂ ਨਾਲ ਬੁਰਾ ਸਲੂਕ ਕਰਦੀ ਹੁੰਦੀ ਸੀ। ਹੋਰ ਕੋਈ ਕਾਰਨ ਨਹੀਂ ਸੀ। ਹੋਰ ਕੋਈ ਲੁੱਚੇ ਲਫੰਗੇ ਜਾਂ ਚੋਰ ਡਾਕੂ ਨਹੀਂ ਸੀ ਜਿਹੜੇ ਉਹਨਾਂ ਨੂੰ ਜ਼ਹਿਰ ਪੀਣੇ 'ਤੇ ਮਜਬੂਰ ਕੀਤਾ ਜਾਂਦਾ ਸੀ ਜਾਂ ਉਹਨਾਂ ਨੂੰ ਸੂਲੀ 'ਤੇ ਚੜਾਇਆ ਜਾਂਦਾ ਸੀ। ਇਹੀ ਕਾਰਨ ਸੀ ਕਿ ਉਹ ਇਹਨਾਂ ਸਮਾਜਿਕ ਬੰਧਨਾਂ ਤੋਂ ਉੱਪਰ ਉੱਠ ਕੇ ਜੀਂਦੇ ਸੀ। ਇੱਕ ਸੰਤ, ਇੱਕ ਸੂਫੀ, ਇੱਕ ਫਿਲੋਸਫਰ ਇਸ ਸਭ ਕਸੀ ਨੂੰ ਨਕਾਰ ਦਿੰਦਾ ਜਿਸ ਨੂੰ ਆਮ ਇਨਸਾਨ ਜਿਸ ਦਾ ਗੁਲਾਮ ਹੋ ਕੇ ਜੀਂਦਾ ਹੈ। ਅਤੇ ਅੱਜ ਅਸੀਂ ਉਹੀ ਜਿਸ ਗੁਲਾਮੀ ਤੋਂ ਆਜ਼ਾਦ ਹੋਣ ਦੀਆਂ ਗੱਲਾਂ ਸਾਰੀ ਦੁਨੀਆ ਨੂੰ ਦੱਸ ਰਹੇ ਸੀ, ਗਿਆਨ ਦੇ ਰਹੇ ਸੀ, ਔਰ ਉਹਨਾਂ ਦਾ ਗਿਆਨ ਅੱਜ ਵੀ ਬੋਲ ਰਿਹਾ ਹੈ। ਔਰ ਉਸੇ ਬੰਧਨਾਂ ਵਿੱਚ ਅਸੀਂ ਅੱਜ ਉਹਨਾਂ ਨੂੰ ਬੰਨ੍ਹ ਕੇ ਬੈਠੇ ਹਾਂ। ਇਸ ਤੋਂ ਵੱਡੀ ਨਾ ਇਨਸਾਫੀ ਕਦੀ ਅਸੀਂ ਕਿਸੇ ਨਾਲ ਹੁੰਦੀ ਦੇਖੀ ਨਹੀਂ ਹੋਣੀ ਦੁਨੀਆ ਵਿੱਚ। ਪਰ ਜੇ ਤੁਸੀਂ ਹੋਸ਼ ਵਿੱਚ ਹੋਵੋਗੇ ਤਾਂ ਹੀ ਤੁਸੀਂ ਦੇਖ ਸਕਦੇ ਹੋ, ਕਿਉਂਕਿ ਬੇਹੋਸ਼ੀ ਕਿੱਥੇ ਦੇਖ ਸਕਦਾ? ਬੇਹੋਸ਼ੀ ਤਾਂ ਹੈ, ਤਾਂ ਹੀ ਤਾਂ ਕਰ ਰਹੇ ਨੇ। ਇਸ ਸੰਸਾਰ ਦੇ ਵਿੱਚ ਘੱਟੋ ਘੱਟ 99% ਭੀੜ ਤਾਂ ਅੰਨੇ ਲੋਕਾਂ ਦੀ ਹੈ, ਜੋ ਉਹਨਾਂ ਨੂੰ ਆਪਣੇ ਸਿਰਫ ਰਾਜਨੀਤੀ ਔਰ ਆਪਣੇ ਹੰਕਾਰ ਲਈ ਇੱਥੋਂ ਤੋਂ ਉੱਥੇ ਨੂੰ ਘਸੀੜ ਰਹੀ ਆ, ਇੱਧਰੋਂ ਉੱਧਰ ਨੂੰ ਘਸੀੜ ਰਹੀ ਆ, ਟਰੈਕਟਰਾਂ 'ਤੇ, ਟਰਾਲੀਆਂ 'ਤੇ, ਸਾਈਕਲਾਂ 'ਤੇ, ਰਿਕਸ਼ਿਆਂ 'ਤੇ, ਜਿਸ ਤਰ੍ਹਾਂ ਵੀ ਹੋ ਸਕਦਾ।
ਜਿਨ੍ਹਾਂ ਨੇ ਉਹਨਾਂ ਦੇ ਗਿਆਨ ਨੂੰ ਕਦੀ ਛੂਆ ਨਹੀਂ, ਕਦੀ ਉਠਾ ਕੇ ਪੜ੍ਹਿਆ ਨਹੀਂ, ਕਦੀ ਸਮਝਿਆ ਨਹੀਂ। ਜੇ ਸਮਝ ਗਏ ਹੁੰਦੇ ਤਾਂ ਉਹ ਇਸ ਤਰ੍ਹਾਂ ਉਠਾ ਕੇ ਘੁੰਮ ਹੀ ਨਹੀਂ ਸਕਦੇ ਸੀ, ਕਿਉਂਕਿ ਉਹ ਜੀਵਨ ਨੂੰ ਗਹਿਰਾਈ ਨਾਲ ਜੀਣੇ ਦੀਆਂ ਗੱਲਾਂ ਕਰਦੇ ਨੇ, ਇਸ ਬੰਧਨਾਂ ਤੋਂ, ਇਸ ਅਗਿਆਨਤਾ ਤੋਂ ਬਾਹਰ ਨਿਕਲ ਦੀਆਂ ਗੱਲਾਂ ਕਰਦੇ ਨੇ। ਔਰ ਤੁਸੀਂ ਉਸੇ ਅਗਿਆਨਤਾ ਦੇ ਵਿੱਚ ਫਸੇ ਹੋਏ ਹੋ। ਜੇ ਸਮਝ ਗਏ ਹੁੰਦੇ ਤਾਂ ਆਜ਼ਾਦ ਨਾ ਹੋ ਗਏ ਹੁੰਦੇ। ਕਿਤੇ ਨਾ ਕਿਤੇ ਅਸੀਂ ਬਹੁਤ ਅਗਿਆਨਤਾ ਵਿੱਚ ਜੀਂਦੇ ਹਾਂ ਔਰ ਉਹਨਾਂ ਦੇ ਝੰਡੇ ਉਠਾ ਕੇ ਘੁੰਮਦੇ ਪਏ ਹਾਂ, ਜੋ ਮਹਾਨ ਗਿਆਨੀ ਨੇ, ਜੋ ਇਸ ਬੁੱਧੀ ਤੋਂ ਉੱਪਰ ਉੱਠ ਕੇ ਜੀਣ ਦੀਆਂ ਗੱਲਾਂ ਕਰਦੇ ਨੇ। ਬੁੱਧ ਉਸ ਨੂੰ ਕਿਹਾ ਜਾਂਦਾ ਹੈ ਜੋ ਬੁੱਧੀ ਤੋਂ ਉੱਪਰ ਉੱਠ ਕੇ ਜੀਣਾ ਸ਼ੁਰੂ ਕਰ ਦਿੰਦਾ। ਜਿਹੜੀ ਬੁੱਧੀ ਹੈ, ਇਹ ਸਮਾਜ ਨੇ ਜੋ ਤੁਹਾਨੂੰ ਇਸ ਬੁੱਧੀ ਵਿੱਚ ਭਰ ਦਿੱਤਾ ਹੈ, ਜੋ ਕੂੜਾ ਸਮਾਜ ਨੇ ਤੁਹਾਨੂੰ ਭਰ ਦਿੱਤਾ, ਸਮਾਜ ਨੇ ਤੁਹਾਨੂੰ ਜਾਤੀ ਦੇ ਦਿੱਤੀ, ਸਮਾਜ ਨੇ ਤੁਹਾਨੂੰ ਕੁਛ ਬਣਾ ਦਿੱਤਾ ਹੈ, ਤੁਹਾਨੂੰ ਹਿੰਦੂ, ਮੁਸਲਿਮ, ਸਿੱਖ, ਈਸਾਈ ਜੋ ਵੀ ਬਣਾ ਦਿੱਤਾ, ਇੱਕ ਪਹਿਰਾਵਾ ਦੇ ਦਿੱਤਾ ਹੈ, ਉਸ ਦਾ ਸ਼ੁੰਸ਼ਣਾ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਜਾ ਰਹੇ ਹੋ। ਪਰ ਉਹਨਾਂ ਨੇ ਇਹ ਸ਼ੁੰਸ਼ਣੇ ਵਜਾਣੇ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦੀ ਬਾਣੀ ਬੋਲਦੀ ਪਈ ਆ, ਜੇ ਤੁਸੀਂ ਖੁਦ ਪੜ੍ਹੋਗੇ, ਸਮਝੋਗੇ, ਤੁਹਾਨੂੰ ਸਭ ਪਤਾ ਹੈ ਕਿ ਕਿਸ ਤਰ੍ਹਾਂ ਦੇ ਉਹਨਾਂ ਨੇ ਦੋਹੇ ਕਹੇ ਆ, ਕਿਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਨੇ। ਅਤੇ ਉਹ ਵੀ ਜੇ ਪੜ੍ਹ ਕੇ ਤੁਸੀਂ ਇਹੀ ਅਗਿਆਨਤਾ ਹੀ ਕਰਦੇ ਹੋ ਅਤੇ ਫਿਰ ਤੁਸੀਂ ਉਹਨਾਂ ਨੂੰ ਸਮਝਿਆ ਹੀ ਨਹੀਂ, ਕਿਤੇ ਨਾ ਕਿਤੇ ਨਹੀਂ, ਬਿਲਕੁਲ ਹੀ ਨਹੀਂ ਸਮਝਿਆ। रैदास साहब जी कहते हैं, जाति जाति में जाति है जो केलन के पात, रैदास मनुष्य ना जुड़ सके जब तक जाति ना जात। ਕੇਲਿਆਂ ਦੇ ਪੱਤਿਆਂ ਦੇ ਵਿੱਚੋਂ ਸਿਰਫ ਪੱਤੇ ਤੇ ਪੱਤੇ ਨਿਕਲਦੇ ਜਾਂਦੇ ਆ ਔਰ ਬਾਅਦ 'ਚ ਆਖਰ ਵਿੱਚ ਕੁਛ ਵੀ ਹੱਥ ਨਹੀਂ ਲੱਗਦਾ, ਖਾਲੀ ਹੁੰਦਾ। ਇਸੇ ਤਰ੍ਹਾਂ ਇਹ ਜਾਤੀਆਂ ਵੀ ਕੁਛ ਨਹੀਂ ਹੈ, ਸਿਰਫ ਸ਼ੋਰ ਹੀ ਸ਼ੋਰ ਆ ਔਰ ਹੱਥ ਪੱਲੇ ਕੁਛ ਨਹੀਂ ਪੈਂਦਾ। ਇਹ ਰਾਗ ਗਾ ਕੇ ਵੀ ਜਾਤੀਆਂ ਦੇ, ਊਂਚ ਨੀਚ ਦੇ, ਨਫ਼ਰਤਾਂ ਦੇ, ਫਿਰ ਵੀ ਤੁਸੀਂ ਖਾਲੀ ਹੱਥ ਖੜੇ ਰਹਿ ਜਾਂਦੇ ਹੋ। ਉਹਨਾਂ ਨੇ ਜਾਤੀਆਂ ਨੂੰ ਮਿਟਾਉਣ ਲਈ ਸੰਘਰਸ਼ ਕੀਤਾ, ਬਹੁਤ ਦੁੱਖ ਸਹਿਆ ਇਹਨਾਂ ਸੰਤਾਂ ਨੇ, ਇਹਨਾਂ ਸੂਫੀਆਂ ਨੇ। ਇਸ ਜੋ ਬੁੱਧੀ ਦੇ ਵਿੱਚ ਜੋ ਸਾਨੂੰ ਸਮਾਜ ਨੇ ਬਣਾ ਦਿੱਤਾ, ਉਸ ਨੂੰ ਕੱਢਣੇ ਲਈ, ਉਸ ਨੂੰ ਮਿਟਾਉਣੇ ਲਈ ਹੀ ਤਾਂ ਸਾਰੇ ਸੰਘਰਸ਼ ਕੀਤੇ। ਇਸੇ ਕਰਕੇ ਤਾਂ ਇਹ ਦੁਨੀਆ ਵਿਰੋਧ ਕਰਦੀ ਸੀ ਉਹਨਾਂ ਦੇ। ਅੱਜ ਕਿੱਥੇ ਵਿਰੋਧ ਮਿਲਦਾ ਅੱਜ ਦੇ ਸੰਤਾਂ ਨੂੰ, ਸੂਫੀਆਂ ਨੂੰ, ਜਿਹੜੇ ਬਣ ਕੇ ਬੈਠੇ। ਉਹ ਸਿਰਫ ਨਾਮ ਦੇ ਬਣੇ ਹੋਏ ਨੇ, ਅਸਲ ਵਿੱਚ ਨਹੀਂ ਹੈ। ਅਸਲ ਵਿੱਚ ਹੋਵੇ ਤਾਂ ਦੁਨੀਆ ਉਹਨਾਂ ਦਾ ਤੇ ਕੋਲ ਬੈਠ ਹੀ ਨਹੀਂ ਸਕਦੀ ਆ ਕੇ। ਅਤੇ ਅੱਜ ਅਸੀਂ ਉਹਨਾਂ ਦੇ ਨਾਂ 'ਤੇ ਹੀ ਜਾਤੀਆਂ ਦੇ ਬੜੇ ਬੜੇ ਸਮੂਹ ਬਣਾ ਕੇ ਬੈਠੇ ਹਾਂ, ਜੋ ਜਾਤੀ ਦੇ ਖਿਲਾਫ ਨੇ। ਜਿਸ ਤਰ੍ਹਾਂ ਦੋਆ ਕਹਿ ਰਹੇ, ਜਾਤੀ ਦੇ ਬਾਰੇ ਕਹਿ ਰਹੇ ਨੇ ਕਿ ਹੈ ਜਾਤੀ ਜਾਤੀ ਮੇਂ ਜਾਤ ਹੈ ਜੈਸੇ ਕੇਲਨ ਮੇਂ ਬਾਤ। ਸੋ ਜਿਨ੍ਹਾਂ ਨੇ ਜ਼ਿੰਦਗੀ ਭਰ ਸੰਘਰਸ਼ ਕੀਤਾ ਇਹਨਾਂ ਨੂੰ ਮਿਟਾਉਣੇ ਲਈ, ਇਹਨਾਂ ਨੂੰ, ਜਾਤੀਆਂ ਨੂੰ, ਇਹਨਾਂ ਨਫ਼ਰਤਾਂ ਨੂੰ, ਇਹਨਾਂ ਊਚ ਨੀਚ ਨੂੰ, ਅਤੇ ਅਸੀਂ ਉਹਨਾਂ ਨੂੰ ਲੈ ਕੇ ਸਵੇਰ ਤੋਂ ਲਾ ਕੇ ਸ਼ਾਮ ਤੱਕ ਰਾਗ ਗਾਉਂਦੇ ਹਾਂ। ਅਤੇ ਅਸੀਂ ਉਹਨਾਂ ਦੇ ਸਿਕਸ਼ਾ ਦੇ ਬਿਲਕੁਲ ਵਿਪਰੀਤ ਚੱਲ ਰਹੇ ਹਾਂ, ਬਿਲਕੁਲ ਵਿਰੋਧ ਕਰ ਰਹੇ ਹਾਂ ਉਸ ਉਹਨਾਂ ਦਾ। ਔਰ ਫਿਰ ਅਸੀਂ ਉਸਨੂੰ ਆਪਣਾ ਗੁਰੂ ਕਹਿ ਰਹੇ ਹਾਂ, ਬਾਪ ਕਹਿ ਰਹੇ ਹਾਂ। ਹੱਦ ਨਹੀਂ ਹੋ ਗਈ? ਇੱਕ ਜਦੋਂ ਜਾਗਿਆ ਹੋਇਆ ਇਨਸਾਨ ਜਦੋਂ ਇਹ ਦੇਖਦਾ ਮਾਹੌਲ ਦੁਨੀਆ ਦੇ ਵਿੱਚ, ਉਸ ਦਾ ਜੀਣਾ ਮੁਸ਼ਕਿਲ ਹੋ ਜਾਂਦਾ ਇਸ ਦੁਨੀਆ ਦੇ ਵਿੱਚ, ਕਿ ਇੰਨੀ ਅਗਿਆਨਤਾ। ਔਰ ਤੁਸੀਂ ਨਾਮ ਵੀ ਉਸੀ ਦਾ ਦੇ ਨਾਮ 'ਤੇ ਢੰਡੋਰਾ ਪਿੱਟ ਰਹੇ ਜਿਸ ਨੇ ਜੀਵਨ ਭਰ ਸੰਘਰਸ਼ ਕੀਤਾ ਇਹਨਾਂ ਜਾਤੀਆਂ ਦੇ ਨਾਲ। ਅਸੀਂ ਬਿਲਕੁਲ ਉਹਨਾਂ ਦੀਆਂ ਸਿਕਸ਼ਾਵਾਂ ਦੇ ਵਿਪਰੀਤ ਜਾ ਰਹੇ ਹਾਂ ਔਰ ਫਿਰ ਅਸੀਂ ਉਸਨੂੰ ਆਪਣਾ ਗੁਰੂ ਔਰ ਬਾਪ ਕਹਿ ਰਹੇ ਹਾਂ। ਆਪਣੇ ਲਾਲਚ ਲਈ ਅਸੀਂ ਫਿਰ ਉਲਟੀ ਚੱਕੀ ਚਲਾਉਂਦੇ ਹਾਂ। ਪੁੱਛੋ ਕਿਸ ਤਰ੍ਹਾਂ? ਪਰ ਤੁਸੀਂ ਕਿਸ ਤਰ੍ਹਾਂ ਪੁੱਛੋਗੇ? ਕਿਉਂਕਿ ਲਾਭ ਤਾਂ ਤੁਸੀਂ ਹੀ ਉਠਾਉਂਦੇ ਹੋ ਸਾਹਿਬ, ਕੋਈ ਹੋਰ ਥੋੜ੍ਹੀ ਲਾਭ ਉਠਾਉਂਦਾ ਇਹਨਾਂ ਜਾਤੀਆਂ ਦਾ। जनगणन में जाति हमारी चमार है, धर्म हमारा रविदासिया है। इस तरह ਦੀਆਂ ਗੱਲਾਂ ਲਿਖਵਾਉਣੀਆਂ ਕੀ ਸਾਡੇ ਰੈਦਾਸ ਸਾਹਿਬ ਜੀ ਦੀ ਸਿਕਸ਼ਾ ਜਾਂ ਇਹ ਘਟੀਆ ਸਾਡੀ ਹੀ ਰਾਜਨੀਤੀ ਆ? ਨੇਤਾ, ਬਾਬਾ, ਸੰਤ, ਗਾਇਕ ਸਭ ਮਿਲ ਕੇ ਇੱਕ ਬਿਜ਼ਨਸ ਕਰ ਰਹੇ ਨੇ। ਸਭ ਨੂੰ ਆਪਣੀ ਆਪਣੀ ਸ਼ੋਹਰਤ, ਆਪਣੀ ਆਪਣੀ ਕੁਰਸੀ ਨੂੰ ਬਚਾਉਣ ਲਈ ਇਹ ਭੀੜ ਪੈਦਾ ਕਰ ਰਹੇ ਨੇ। ਇਹ ਭੀੜ ਦਾ ਇੱਕ ਸੌਦਾ ਹੋ ਰਿਹਾ ਹੈ। ਆਪਣੀ ਆਪਣੀ ਸ਼ੋਹਰਤ ਔਰ ਆਪਣੀ ਆਪਣੀ ਕੁਰਸੀ ਬਚਾਉਣ ਲਈ ਭੀੜ ਦਾ ਇੱਕ ਸੌਦਾ ਹੁੰਦਾ ਹੈ ਔਰ ਤੁਸੀਂ ਉਸੇ ਦੇ ਅੱਗੇ ਝੁਕਦੇ ਹੋ। ਇਹ ਸਿਰ ਤੁਸੀਂ ਉਸੇ ਦੇ ਅੱਗੇ ਝੁਕਾਉਂਦੇ ਹੋ ਜਿਹੜਾ ਤੁਹਾਨੂੰ ਵੇਚ ਰਿਹਾ ਹੈ। ਜਿਸ ਦਿਨ ਇਹ ਸਿਰ ਝੂਠ ਅੱਗੇ ਝੁਕ ਜਾਂਦਾ ਹੈ, ਉਦੋਂ ਜਿਹੜਾ ਤੁਹਾਡਾ ਅੰਦਰ ਵਾਲਾ ਹੈ ਨਾ, ਉਹਨੂੰ ਤੁਸੀਂ ਮਾਰ ਦਿੰਦੇ ਹੋ। ਤਾਂ ਹੀ ਨਹੀਂ ਉਹਦੀ ਮਹਿਕ ਆਉਂਦੀ, ਕਿਉਂਕਿ ਮਰੇ ਹੋਏ ਦੀ ਖੁਸ਼ਬੂ ਕੀ ਆਏਗੀ? ਮਰੇ ਹੋਏ ਦੀ ਤਾਂ ਗੰਦਗੀ ਹੀ ਮਹਿਕੇਗੀ ਨਾ। ਫਿਰ ਗੰਦਗੀ ਕੀ ਆ? ਨਫ਼ਰਤ, ਕ੍ਰੋਧ,
ਹੰਕਾਰ, ਮੈਂ, ਮੇਰੀ। ਮੁਰਦਿਆਂ ਨੂੰ ਕਦੀ ਮਹਿਕਦੇ ਦੇਖਿਆ? ਇੱਕ ਜੀਵਿਤ ਹਿਰਦਿਆ ਮਹਿਕ ਸਕਦਾ ਹੈ, ਔਰ ਉਸਨੂੰ ਤੁਸੀਂ ਮਾਰ ਦਿੱਤਾ ਸਿਰ ਝੁਕਾ ਕੇ, ਝੂਠਾ ਕੇ। ਇਸ ਤੋਂ ਵੱਡਾ ਪਾਪ ਹੋਰ ਕੀ ਹੋ ਸਕਦਾ? ਤੁਸੀਂ ਆਪਣੇ ਅੰਦਰ ਵਾਲੇ ਨੂੰ ਮਾਰ ਲਿੱਤਾ। ਤਾਂ ਹੀ ਰਹਿਦਾਸ ਹੈ, ਤਾਂ ਹੀ ਕਬੀਰ ਸਾਹਿਬ ਜੀ ਕਹਿੰਦੇ ਨੇ, ਸਾਧੂ ਜੀ ਮੁਰਦੋ ਕਾ ਗਾਓ। ਇੱਕ ਮੁਰਦਾ ਹੀ ਹੁੰਦਾ ਜਿਹਨੂੰ ਅਹਿਸਾਸ ਨਹੀਂ ਹੁੰਦਾ ਆਪਣੇ ਨਕਲੀਪਣ ਜੀਣੇ ਦਾ। ਕੋਈ ਇੱਕ ਜਿੰਦਾ ਇਨਸਾਨ ਵਿਰੋਧ ਕਰਦਾ ਹੈ ਕਿ ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋਈ ਹੈ, ਮੁਰਦਾ ਵਿਰੋਧ ਨਹੀਂ ਕਰ ਸਕਦਾ। ਉਸਨੂੰ ਤੂੰ ਚਿਤਾ 'ਤੇ ਵੀ ਰੱਖ ਦਿਓ, ਵਿਰੋਧ ਨਹੀਂ ਕਰੇਗਾ ਕਿ ਮੈਨੂੰ ਕਿਉਂ ਚਿਤਾ 'ਤੇ ਰੱਖ ਦਿੱਤਾ, ਮੈਨੂੰ ਕਿਉਂ ਜਲਾ ਦਿੱਤਾ। ਜਿਸ ਨੂੰ ਤੁਸੀਂ ਲੱਭ ਰਹੇ ਹੋ ਉਹ ਝੂਠ ਦੇ ਮਹਿਲਾਂ ਵਿੱਚ ਨਹੀਂ ਮਿਲਣਾ, ਉਹ ਤੁਹਾਡੇ ਹੀ ਅੰਦਰ ਮਹਿਲ ਵਿੱਚ ਹੈ, ਹਿਰਦਿਆਂ ਦੇ ਵਿੱਚ। ਔਰ ਜਦੋਂ ਹਿਰਦਿਆ ਹੀ ਮਰ ਜਾਵੇ ਤੇ ਫਿਰ ਉਹ ਕਿਸ ਤਰ੍ਹਾਂ ਮਿਲ ਸਕਦਾ? मोको कहाँ ढूंढे रे बंदे, मैं तो तेरे पास रे, ना तीरथ में ना मूरत में, मैं तो तेरे पास रे। ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਉਸਨੂੰ ਤੁਸੀਂ ਕਿੱਥੇ, ਪਰਮਾਤਮਾ ਤੁਹਾਨੂੰ ਕਹਿ ਰਿਹਾ ਕਿ ਮੈਨੂੰ ਤੂੰ ਕਿੱਥੇ ਲੱਭਦਾ ਪਿਆ ਹੈ, ਮੈਂ ਤਾਂ ਤੇਰੇ ਕੋਲ ਹੀ ਹੈ। ਮੈਂ ਨਾ ਤੀਰਥ 'ਤੇ ਹਾਂ, ਨਾ ਕਿਸੇ ਮੂਰਤ 'ਚ ਹਾਂ, ਅਤੇ ਮੈਂ ਤਾਂ ਤੇਰੇ ਹੀ ਹਿਰਦਿਆਂ ਵਿੱਚ ਹੈ, ਜੀਵਿਤ ਹਿਰਦਿਆਂ ਵਿੱਚ ਹੈ। ਪਰ ਅਸੀਂ ਹਿਰਦਿਆਂ ਨੂੰ ਮਾਰ ਦਿੱਤਾ ਹੈ। ਅਸੀਂ ਤੀਰਥਾਂ 'ਤੇ ਵੀ, ਜਿਸ ਤਰ੍ਹਾਂ ਕਦੀ ਦੇਖਿਆ ਨਾ, ਮੁਰਗੀਆਂ ਦਾ ਟਰੱਕ ਭਰਿਆ ਹੋਇਆ, ਜਦੋਂ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਤਰ੍ਹਾਂ ਸ਼ਿਫਟ ਕੀਤਾ ਜਾਂਦਾ, ਹਲਾਲ ਕਰਨ ਲਈ ਉਹਨਾਂ ਨੂੰ ਲਿਜਾਇਆ ਜਾਂਦਾ, ਉਹਨਾਂ ਨੂੰ ਪੈਕ ਕਰਨ ਲਈ ਮਾਰ ਕੇ ਫਿਰ ਲਿਜਾ ਕੇ ਉੱਥੇ ਪੈਕ ਕੀਤਾ ਜਾਂਦਾ। ਪਹਿਲਾਂ ਜੀਵਿਤ ਹੁੰਦੇ ਉਸ ਵਿੱਚ। ਕਦੀ ਕਦੀ ਦੇਖਿਓ ਜਦੋਂ ਟ੍ਰੈਫਿਕ ਇੱਦਾਂ ਜਾਂਦੀ ਹੋਵੇ ਤਾਂ ਉਹਦੇ ਵਿੱਚ ਕਦੀ ਕਦੀ ਦਿਖਦੇ ਆ ਕਿ ਕਿੰਨੇ ਉੱਪਰੇ ਹੁੰਦੇ ਆ। ਇਸ ਤਰ੍ਹਾਂ ਸਾਡਾ ਤੀਰਥ ਬਣ ਚੁੱਕਾ ਹੈ। ਤੁਹਾਨੂੰ ਹਲਾਲ ਕਰਨ ਲਈ ਲਿਜਾਇਆ ਜਾਂਦਾ ਹੈ। ਇੱਥੇ ਹਲਾਲ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਪਾਕ ਕਰਨ ਲਈ ਕਿਤੇ ਲਿਜਾਇਆ ਜਾ ਰਿਹਾ, ਤੁਹਾਨੂੰ ਖੁਦ ਤੋਂ ਦੂਰ ਕੀਤਾ ਜਾ ਰਿਹਾ। ਛੁਰੀ ਚਲਾਈ ਜਾ ਰਹੀ ਆ, ਜਿਸ ਤਰ੍ਹਾਂ ਉਹਨਾਂ ਦੀ ਛੁਰੀ ਚਲਾਈ ਜਾਂਦੀ ਆ, ਫਿਰ ਉਸ ਨੂੰ ਪੈਕ ਕੀਤਾ ਜਾਂਦਾ ਬਾਅਦ ਵਿੱਚ। ਫਿਰ ਉਹ ਜੀਵਤ ਥੋੜ੍ਹੀ ਰਹਿੰਦੇ ਆ, ਦੂਸਰੇ ਫਿਰ ਉਸ ਨੂੰ ਖਾਂਦੇ ਨੇ। ਇਸੇ ਤਰ੍ਹਾਂ ਇਨਸਾਨ ਨਾ ਹੋ ਰਿਹਾ। ਇਨਸਾਨ ਨੂੰ ਆਪਣੇ ਤੋਂ ਦੂਰ ਤੀਰਥ 'ਤੇ ਲਿਜਾਇਆ ਜਾ ਰਿਹਾ। मोको कहाँ ढूंढे रे बंदे, मैं तो तेरे पास रे, ना तीरथ में ना मूरत में। मैं तो तीरथ ते है ही नहीं, फिर तू तीरथ ते की करन चाहता? तीरथ वो हुंदा जिथे जाके बंदा ही बदल जावे, उसका खाना पीना बदल जावे, उसका रहना सहना बदल जावे, उसका पहरावा बदल जावे। पर साडा तो कुछ भी नहीं बदलता। जब लग नाता जाति का तब लग भक्ति ना होए, नाता तोरे हरि भजे भक्त कहावे सोए। जिन्ना चिर ये सारे समाजिक बंधना च बंधे हुए हैं, जातियां ना, हंकार ना, और हंकार ही सब तो वड्डी प्रॉब्लम है जिसनों साढ़े संतां ने अहम वृत्ति कही है। और यही उसका साजो समान है जो समाज ने सानू बना दिता है। जाति, नफरत, देह भाव, क्योंकि देह की जाति होंगी है, आत्मा की की जाति होएगी? जो अमूर्त है उसकी जाति की हो सकती है? जो शून्य है वो तो उसको शून्य कहते हैं, उसकी की जाति हो सकती है? उसकी की पहचान हो सकती है? उसकी की मूर्त हो सकती है? उसनों की जरूरत पई बच के किते जाने दी? जिन्ना चिर ये पहचाना दी टोकरी ਅਸੀਂ ਨਹੀਂ ਸਿਰ ਤੋਂ ਲਾ ਕੇ ਸੁੱਟ ਦਿੰਦੇ, ਉਹਨਾਂ ਤੇ ਭਗਤੀ ਨਹੀਂ ਹੋ ਸਕਦੀ। ਭਗਤੀ ਦਾ ਮਤਲਬ ਹੈ ਕਿ ਸ਼ੁੱਧ ਹੋਵੇ। ਕੋਈ ਬੈਠ ਕੇ ਕਿਤੇ ਬਾਜੇ ਬੁੱਝੇ ਨਹੀਂ ਵਜਾਣੇ ਹੈਗੇ, ਕਿਤੇ ਵੀ ਜਾ ਕੇ ਸ਼ੋਰ ਨਹੀਂ ਮਚਾਉਣਾ ਹੈ ਸੜਕਾਂ 'ਤੇ। ਉਸਨੂੰ ਸਾਡੇ ਸੰਤਾਂ ਨੇ ਭਗਤੀ ਨਹੀਂ ਕਿਹਾ। ਤੁਸੀਂ ਜੇ ਦੋ ਹੀ ਪੜੋਗੇ ਉਹ 'ਚ ਖੂਬ ਕਿਹਾ ਹੈ, ਸਭ ਚੀਜ਼ਾਂ ਨੂੰ ਨਕਾਰਿਆ ਇਹਨਾਂ ਨੂੰ। ਗਾਵੇ ਬਜਾਵੇ ਲੋਗ ਰਜਾਵੇ, ਖਬਰ ਨਹੀਂ ਆਪਣੇ ਤਨ ਕੀ। ਕਿ ਗਾ ਵਜਾ ਰਹੇ ਹੋ, ਲੋਕਾਂ ਨੂੰ ਰਜਾ ਰਹੇ ਹੋ, ਸਿੰਗਰਾਂ ਨੂੰ ਸੱਦ ਕੇ ਗਾ ਵਜਾ ਰਹੇ ਹੋ, ਖੁਦ ਨੂੰ ਰਜਾ ਰਹੇ ਹੋ ਔਰ ਦੂਸਰਿਆਂ ਨੂੰ ਹੈ ਮਨੋਰੰਜਨ ਕਰਵਾ ਰਹੇ ਹੋ, ਖੁਦ ਦਾ ਔਰ ਆਪਣਾ ਵੀ ਔਰ ਦੂਸਰਿਆਂ ਦਾ ਵੀ।
ਔਰ ਆਪਣੇ ਮਨ ਦੀ ਔਰ ਆਪਣੇ ਤਨ ਦੀ ਕੋਈ ਖਬਰ ਨਹੀਂ ਹੈ। ਅਤੇ ਉਹ ਕਹਿੰਦੇ ਆ ਇਸ ਨਾਤਿਆਂ ਨੂੰ ਜਦੋਂ ਤੂੰ ਤੋੜ ਦੇਗਾ ਅਤੇ ਧੰਨ ਹਰੀ ਨੂੰ ਭਜੇਗਾ। ਹਰੀ ਦਾ ਸਿਮਰਨ ਤਾਂ ਸ਼ੁਰੂ ਹੁੰਦਾ, ਫਿਰ ਸੱਚ ਦੇ ਰਾਹ 'ਤੇ ਚੱਲਣਾ ਹੁੰਦਾ। ਕੋਈ ਭਜਣਾ ਮਤਲਬ ਕਿ ਬੜਬੜਾਣਾ ਨਹੀਂ, ਕੋਈ ਗਾਣਾ ਨਹੀਂ ਹੈ। ਉਹ ਸ਼ੁਰੂਆਤ ਹੋ ਸਕਦੀ ਹੈ, ਪਰ ਅਸਲੀਅਤ ਤਾਂ ਇਹੀ ਹੈ ਨਾ ਕਿ ਖੁਦ ਨੂੰ ਹੀ ਜਾਣਨਾ ਹੈ, ਸੱਚ ਦੇ ਰਾਸਤੇ 'ਤੇ ਚੱਲਣਾ ਹੈ। ਉਹ ਸੱਚ ਦਾ ਰਸਤਾ ਬੜਾ ਮੁਸ਼ਕਿਲ ਆ। ਸਾਡੇ ਕਬੀਰ ਸਾਹਿਬ ਕਹਿੰਦੇ ਅਮਰਪੁਰ ਲੈ ਚੱਲ ਸੱਜਣਾ, ਅਮਰਪੁਰ ਕੀ ਸਾਖਰ ਗਲੀਆਂ, ਅੜਬੜ ਹੈ ਚੱਲਣਾ। गुरु शब्द की चोट लगी उधर गए चपना। कि उस रास्ते पे चलना बड़ा अड़बड़ा रास्ता है, बड़ा टेढ़ा मेढ़ा रास्ता, बड़ा मुश्किल है चलना। सीधा नहीं कि दौड़ के चले जाएगा, पहाड़ की तरह चढ़ना है। बहुत उच्च नीच आती है, बहुत मेहनत करनी पैंती है, तो इस करके कोई नहीं चलना चाहता। पर जदों फिर गुरु के ज्ञान के शब्द की चोट लगती है, क्योंकि एक ज्ञान ही है ਜਿਹੜਾ ਤੁਹਾਨੂੰ ਸੰਤਾਂ ਸਾੜਿਆਂ ਨੇ ਸਿਰਫ ਗਿਆਨ ਹੀ ਮੰਨਿਆ ਹੈ, ਔਰ ਗਿਆਨ ਹੀ ਸਾਡੇ ਲਈ ਛੱਡ ਗਏ ਨੇ। ਇਸ ਕਰਕੇ ਉਹ ਗਿਆਨ ਨੂੰ ਹੀ ਗੁਰੂ ਕਹਿੰਦੇ ਨੇ, ਦੇਹ ਕਦੀ ਗੁਰੂ ਨਹੀਂ ਹੁੰਦਾ। ਅਤੇ ਉਸ ਦਾ ਜਦ ਤੱਕ ਤੀਰ ਨਹੀਂ ਲੱਗਦਾ ਉਨਾ ਚਿਰ ਇਹ ਯਾਤਰਾ ਨਹੀਂ ਸ਼ੁਰੂ ਹੋ ਸਕਦੀ। ਉਨਾ ਚਿਰ ਮਨ ਇੱਧਰ ਉੱਧਰ ਜਿਹੜਾ ਭਟਕਦਾ, ਇੱਧਰ ਉੱਧਰ ਤੀਰਥਾਂ 'ਤੇ, ਇੱਧਰ ਮੂਰਤਾਂ 'ਤੇ ਮਰਦਾ ਫਿਰਦਾ ਹੈ, ਉਹ ਉਨਾ ਚਿਰ ਨਹੀਂ ਗੱਲ ਬਣ ਸਕਦੀ ਜਿੰਨਾ ਚਿਰ ਗਿਆਨ ਨਹੀਂ। ਔਰ ਗਿਆਨ ਵੱਲ ਨੂੰ ਅਸੀਂ ਕਦੀ ਜਾਂਦੇ ਨਹੀਂ। ਇਸੇ ਕਰਕੇ ਅਸੀਂ ਰੈਦਾਸ ਸਾਹਿਬ ਜੀ ਦੀ ਜਾਤੀ ਕਰਕੇ ਉਸ ਨਾਲ ਜੁੜੇ ਹੋ, ਹੋਰ ਤਾਂ ਕੋਈ ਕਾਰਨ ਹੀ ਨਹੀਂ। ਨਹੀਂ ਤਾਂ ਕਿਸੇ ਹੋਰ ਨਾਲ ਜੁੜ ਜਾਈਏ, ਹੋਰ ਦੇ ਢੰਡੋਰੇ ਨਹੀਂ ਅਸੀਂ ਪਿੱਟ ਲੈਂਦੇ। ਇਸ ਕਰਕੇ ਅਸੀਂ ਉਹਨਾਂ ਦੇ ਢੰਡੋਰੇ ਪਿੱਟਦੇ ਕਿ ਕੋਈ ਜਾਤੀ ਮਿਲਦੀ ਹੈ। ਫੜ ਨੁਕਤਾ ਛੋੜ ਹਿਸਾਬਾਂ ਨੂੰ, ਕਰ ਦੂਰ ਕੁਫਰ ਦਿਆਂ ਬਾਬਾਂ ਨੂੰ, ਲਾ ਦੋ ਛਕ ਗੋਰ ਅਜਾਬਾਂ ਨੂੰ, ਕਰ ਸਾਫ ਦਿਲੇ ਦੀਆਂ ਖਬਾਂ ਨੂੰ। ਗੱਲ ਇਸੇ ਘਰ ਵਿੱਚ ਟੁਕਦੀ ਹੈ, ਇੱਕ ਨੁਕਤੇ ਵਿੱਚ ਗੱਲ ਮੁੱਕਦੀ ਹੈ। ਬਾਬਾ ਬੁੱਲੇ ਸ਼ਾਹ ਕਹਿੰਦੇ ਇਸੇ ਘਰ ਵਿੱਚ ਗੱਲ ਮੁੱਕਦੀ ਹੈ, ਇਸੇ ਘਰ ਵਿੱਚ ਗੱਲ ਟੁਕਦੀ ਹੈ, ਹੋਰ ਕਿਤੇ ਨਹੀਂ ਟੁਕਣੀ। ਜਿੰਨਾ ਚਿਰ ਤੂੰ ਖੁਦ ਨੂੰ ਨਹੀਂ ਜਾਣ ਲੈਂਦਾ, ਜਦ ਤੱਕ ਇਸ ਜੀਵਨ ਨੂੰ ਜੀਂਦਾ ਨਹੀਂ ਉਸ ਰੰਗ ਵਿੱਚ, ਉਹਨਾਂ ਚਿਰ ਮਹਿਕ ਨਹੀਂ ਆ ਸਕਦੀ। ਕਿਤੇ ਵੀ ਚਲੇ ਜਾ, ਜਿਸ ਦਾ ਵੀ ਮਰਜ਼ੀ ਪੱਲਾ ਫੜ ਲਾ, ਜਿੰਨਾ ਚਿਰ ਤੂੰ ਸੱਚ ਦਾ ਪੱਲਾ ਨਹੀਂ ਫੜਦਾ। ਰੈਦਾਸ ਸਾਹਿਬ ਕਹਿੰਦੇ ਨੇ ਮੁਕਤ ਮੁਕਤ ਜਪੋ ਸੰਸਾਰਾ, कि उस मुक्त ਨੂੰ ਜਪੋ। ਮੁਕਤ ਕੀ ਹੈ? ਸੱਚ ਹੈ, ਸਿਰਫ ਸੱਚ। ਔਰ ਸੱਚ ਦੇ ਰਸਤੇ 'ਤੇ ਚੱਲਣਾ, ਜੀਣਾ, ਇਹੀ ਇੱਕ ਰਸਤਾ ਹੈ ਜਿਹੜਾ ਤੁਹਾਨੂੰ ਉੱਥੇ ਪਹੁੰਚਾ ਸਕਦਾ ਹੈ, ਆਪਣੇ ਸੈਂਟਰ 'ਚ, ਆਪਣੇ ਕੇਂਦਰ 'ਤੇ, ਆਪਣੇ ਸਰੋਤ ਨਾਲ ਜੋੜ ਸਕਦਾ ਹੈ। ਸੱਚ ਤਾਂ ਇਹ ਹੈ ਕਿ ਅੱਜ ਧਰਮ ਸਿਰਫ ਹੰਕਾਰ ਬਣ ਕੇ ਰਹਿ ਗਿਆ, ਪਾਵਰ ਦਾ ਦਿਖਾਵਾ, ਮੰਤਰਿਆਂ ਦੀਆਂ ਔਰ ਪੈਸੇ ਦੀ ਖਣਕ। ਕਿੰਨਾ ਦੁੱਖ ਹੁੰਦਾ ਹੈ ਇਹ ਦੇਖ ਕੇ ਕਿ ਉਹਨਾਂ ਮਹਾਨ ਹਸਤੀਆਂ ਨੂੰ, ਉਹਨਾਂ ਆਤਮ ਗਿਆਨੀਆਂ ਨੂੰ ਅਸੀਂ ਇੱਕ ਮੋਹਰਾ ਬਣਾ ਲਿਆ ਹੈ, ਜਿਨ੍ਹਾਂ ਨੇ ਜੀਂਦੇ ਜੀ ਇਹਨਾਂ ਪਹਿਚਾਨਾਂ ਨੂੰ ਮਿਟਾਉਣ ਲਈ ਸੰਘਰਸ਼ ਕੀਤੇ, ਆਪਣੇ ਜੀਵਨ ਨੂੰ ਵਾਰ ਦਿੱਤਾ। ਜੋ ਭੀੜ ਵਿੱਚ ਗੁੰਮ ਨੇ, ਉਹ ਇਸੇ ਤਾਕਤ 'ਤੇ ਗਰਵ ਕਰਦੇ ਪਏ ਨੇ। ਜੋ ਭੀੜ ਦੇ ਵਿੱਚ ਮਸਤ ਨੇ, ਭੀੜ 'ਚ ਗੁੰਮ ਹੋਏ ਪਏ ਨੇ, ਹੋਏ ਨੇ, ਉਹ ਇਸੇ ਤਾਕਤ ਨੂੰ ਆਪਣੀ ਹਿੰਮਤ, ਆਪਣਾ ਗਰਵ ਸਮਝਣ ਲੱਗ ਪਏ ਹੈ। ਜਰਾ ਉਹਨਾਂ ਸੰਤਾਂ ਨੂੰ ਯਾਦ ਕਰੋ ਜਿਨ੍ਹਾਂ ਨੇ ਪਾਰਸ ਤੋਂ ਜ਼ਿਆਦਾ ਸੱਚ ਨੂੰ ਔਰ ਇਮਾਨਦਾਰੀ ਨੂੰ ਪਰਖਿਆ। ਅੱਜ ਰੈਦਾਸ, ਨਾਨਕ ਤੇ ਕਬੀਰ ਦਾ ਸਿਰਫ ਨਾਮ ਚੱਲ ਰਿਹਾ ਹੈ, ਬਾਕੀ ਸਾਰਾ ਕੰਮ ਸ਼ੋਹਰਤ, ਪੈਸਾ ਔਰ ਹੰਕਾਰ ਲਈ ਹੋ ਰਿਹਾ ਹੈ। ਇਸ ਨੂੰ ਧਰਮ ਸਮਝਣਾ ਸਭ ਤੋਂ ਵੱਡੀ ਨਾਲਾਇਕੀ ਹੈ, ਅਗਿਆਨਤਾ ਹੈ। ਅੱਜ ਉਹਨਾਂ ਦੇ ਨਾਂ 'ਤੇ ਕੋਈ ਭਗਤ ਸ਼ਬਦ 'ਤੇ ਲੜ ਰਿਹਾ ਹੈ, ਕੋਈ ਗੁਰੂ 'ਤੇ, ਕੋਈ ਉਹਨਾਂ ਦੇ ਸਿਰ ਨੂੰ ਪਗੜੀ ਨਾਲ ਢੱਕ ਦੇਣਾ ਚਾਹੁੰਦਾ ਹੈ, ਕੋਈ ਉਹਨਾਂ ਦੇ ਸਿਰ ਨੂੰ ਖੁੱਲ੍ਹਾ ਛੱਡ ਦੇਣਾ ਚਾਹੁੰਦਾ ਹੈ। ਦਮ ਘੁੱਟਦਾ ਹੈ ਉਸ ਇਨਸਾਨ ਦਾ ਜੋ ਜਗ ਗਿਆ ਹੈ ਇਸ ਦੁਨੀਆ ਨੂੰ ਦੇਖ ਕੇ। ਦੁਨੀਆ ਵਿੱਚ ਦਿਨੋਂ ਦਿਨ ਇਨਸਾਨ ਜਾਨਵਰ ਬਣਦਾ ਜਾ ਰਿਹਾ ਹੈ। ਬਣਦਾ ਕੀ? ਇਨਸਾਨ ਜਨਮ ਦਾ ਹੀ ਇੱਕ ਜਾਨਵਰ ਦੀ ਤਰ੍ਹਾਂ ਹੈ, ਔਰ ਉਸੇ ਨੂੰ ਇਨਸਾਨ ਬਣਨਾ ਪੈਂਦਾ ਹੈ। ਆਤਮ ਗਿਆਨ ਤੋਂ ਬਾਅਦ ਜਾ ਕੇ ਇਨਸਾਨ ਬਣਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਲਾਈਨਾਂ ਆਉਂਦੀਆਂ, ਮੇਰੇ ਖਿਆਲ ਸੇ ਗੁਰੂ ਅਰਜਨ ਦੇਵ ਜੀ ਦੀਆਂ, ਜੋ ਜੋ ਦਿਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ।
इस दुनिया ਦੇ ਵਿੱਚ ਸਭ ਕੋਈ ਜੋ ਕੁਝ ਵੀ ਨਜ਼ਰ ਆਉਂਦਾ ਹੈ, ਜੋ ਵੀ ਇਨਸਾਨ ਨਜ਼ਰ ਆਉਂਦਾ ਹੈ, ਸਭ ਰੋਗੀ ਹੈ। ਜਾਨਵਰ ਵੀ ਸਭ ਰੋਗੀ ਨੇ। ਪੈਦਾ ਹੀ ਰੋਗ ਦੀ ਵਜ੍ਹਾ ਨਾਲ ਹੁੰਦਾ ਹੈ, ਉਹ ਰੋਗੀ ਹੀ ਮਰ ਜਾਂਦਾ ਹੈ। ਔਰ ਉਸ ਰੋਗ ਤੋਂ ਆਜ਼ਾਦ ਕਰਾਉਣ ਦੀਆਂ ਗੱਲਾਂ ਸਾਡੇ ਸੰਤ ਕਰਦੇ ਨੇ, ਗਿਆਨ ਦਿੰਦੇ ਨੇ, ਜਿਸ ਨੂੰ ਅਹਮ ਬ੍ਰਿਤੀ ਕਹਿੰਦੇ ਨੇ। ਅਹਮ ਬ੍ਰਿਤੀ ਦਾ ਰੋਗ ਜੋ ਸਭ ਕੁਝ ਤਬਾਹ ਕਰ ਰਿਹਾ ਹੈ। ਅੱਜ ਅਸੀਂ ਬਾਹਰੀ ਤੌਰ 'ਤੇ ਸੋਚਦੇ ਹਾਂ ਅਸੀਂ ਬਹੁਤ ਵੱਡੀ ਤਰੱਕੀ ਕਰ ਲਈ ਹੈ, ਪਰ ਜੇ ਤੁਸੀਂ ਦੇਖੋ ਦੁਨੀਆ ਦੀ ਕਿੰਨੀ ਬਰਬਾਦੀ ਹੋ ਰਹੀ ਹੈ। ਅੱਜ ਇਨਸਾਨ ਵਰਗੀ ਉਹਦੇ ਵਿੱਚ ਕੋਈ ਗੱਲ ਹੀ ਨਹੀਂ ਰਹੀ। ਇੱਕ ਹਵਾਨ ਬਣ ਗਿਆ, ਇੱਕ ਜਾਨਵਰ ਬਣ ਗਿਆ ਹੈ ਜੋ ਕਿਸੇ 'ਤੇ ਵੀ ਟੁੱਟ ਪੈਂਦਾ ਹੈ। ਅਫਸੋਸ ਇਹ ਹੈ ਕਿ ਅੱਜ ਅਗਿਆਨਤਾ ਦਾ ਇਹ ਰੋਗ ਕਰੋਨਾ ਦੀ ਤਰ੍ਹਾਂ ਫੈਲਦਾ ਜਾ ਰਿਹਾ ਹੈ। ਅੰਮ੍ਰਿਤ ਇਸੇ ਤਰ੍ਹਾਂ ਜਿਸ ਤਰ੍ਹਾਂ ਕਰੋਨਾ ਰੋਗ ਜੋ ਸਭ ਨੂੰ ਲੱਗਿਆ ਹੋਇਆ ਹੈ। ਪਰ ਇਸ ਦੁਨੀਆ ਦੀ ਅਗਿਆਨਤਾ ਦੇਖੋ, ਨਾ ਸਮਝੀ ਦੇਖੋ ਕਿ ਬਿਮਾਰ ਹੀ ਇਲਾਜ ਤੋਂ ਨਫ਼ਰਤ ਕਰ ਰਿਹਾ ਹੈ। ਜੇ ਕੋਈ ਹਕੀਮ ਉਸ ਨੂੰ ਦਵਾ ਦੇਣਾ ਵੀ ਚਾਹੁੰਦਾ ਹੈ, ਦਵਾਈ ਦੀ ਗੱਲ ਵੀ ਕਰਦਾ ਹੈ, ਤੇ ਇਹ ਰੋਗੀ ਉਸ ਨੂੰ ਪਾਗਲ ਸਮਝਦਾ ਹੈ ਔਰ ਸ਼ੋਰ ਮਚਾਉਂਦਾ ਹੈ। ਇਹੀ ਤਾਂ ਹੋ ਰਿਹਾ ਹੈ। ਸਾਡੇ ਸੰਤ ਸਾਨੂੰ ਇਸ ਰੋਗ ਤੋਂ ਮੁਕਤ ਕਰਨੇ ਦੀ ਦਵਾਈ ਦੇ ਰਹੇ ਨੇ। ਇਹ ਆਪਣੇ ਗਿਆਨ ਦੇ ਜ਼ਰੀਏ ਸਮਝਾ ਰਹੇ ਨੇ ਔਰ ਸਮਝ ਹੀ ਇਸ ਰੋਗ ਦਾ ਇਲਾਜ ਹੈ। ਸਮਝ ਕੇ ਹੀ ਇਸ ਰੋਗ ਤੋਂ ਮੁਕਤ ਹੋਇਆ ਜਾ ਸਕਦਾ ਹੈ ਔਰ ਸਮਝਣਾ ਕੋਈ ਨਹੀਂ ਚਾਹੁੰਦਾ। ਜੋ ਵੀ ਸਮਝਾਉਣਾ ਚਾਹੁੰਦਾ ਉਸ ਨੂੰ ਕਿੰਨੀ ਨਫ਼ਰਤ ਭਰੀ ਅੱਖ ਨਾਲ ਦੇਖਦੀ ਹੈ ਦੁਨੀਆ। ਜੋ ਨਹੀਂ ਜਿੰਦੇ ਤੇ ਤੁਸੀਂ ਪਿਆਰ ਦਿਖਾਉਂਦੇ ਹੋ ਕਿ ਸਾਨੂੰ ਬਹੁਤ ਪਿਆਰਾ, ਸਾਡਾ ਪਿਓ ਹੈ, ਉਹ ਸਾਡਾ ਗੁਰੂ ਹੈ, ਪਰ ਮੰਨਦੇ ਤੁਸੀਂ ਅੱਜ ਵੀ ਉਸਦੀ ਕੋਈ ਗੱਲ ਨਹੀਂ। ਉਸਦੀ ਦਵਾਈ ਦੀ ਤਾਂ ਤੁਸੀਂ ਗੱਲ ਵੀ ਨਹੀਂ ਕਰਦੇ, ਉਸਦੇ ਗਿਆਨ ਦੀ ਤਾਂ ਤੁਸੀਂ ਗੱਲ ਵੀ ਨਹੀਂ ਕਰਦੇ। ਕਰ ਦਿੱਤਾ ਨਾ ਆਪਣੇ ਹੀ ਬਾਪ ਨੂੰ ਨਜ਼ਰ ਅੰਦਾਜ਼, ਜੋ ਅੰਦਰ ਬੈਠਾ ਹੈ। ਕਿੱਥੇ ਪਾਓਗੇ ਉਸ ਨੂੰ ਜਦ ਤੁਸੀਂ ਨਜ਼ਰ ਅੰਦਾਜ਼ ਕਰ ਦਿੱਤਾ, ਆਪਣੇ ਆਪ ਨੂੰ ਹੀ ਨਜ਼ਰ ਅੰਦਾਜ਼ ਕਰ ਦਿੱਤਾ। ਉਸਦੇ ਗਿਆਨ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਿਸ ਨੂੰ ਤੁਸੀਂ ਬਾਪ ਕਹਿ ਰਹੇ ਹੋ। ਗੁਰੂ ਦਾ ਕੰਮ ਹੁੰਦਾ ਗਿਆਨ ਦੇਣਾ, ਤਾਂ ਕਿ ਤੁਹਾਡੀ ਅਗਿਆਨਤਾ ਖਤਮ ਹੋ ਜਾਵੇ, ਨਾ ਕਿ ਉਹਨਾਂ ਦੇ ਨਾਂ ਦੇ ਢੋਰ ਮਿਲ ਜਾਣੇ, ਸ਼ੁਭ ਯਾਤਰਾਵਾਂ ਕੱਢਣੀਆਂ, ਗਾਣੇ ਗਾਣੇ। ਇਹ ਪਿਆਰ ਨਹੀਂ ਹੁੰਦਾ, ਇਹ ਤਾਂ ਦਿਖਾਵਾ ਹੁੰਦਾ, ਹੰਕਾਰ ਹੁੰਦਾ। ਹੰਕਾਰ ਹੀ ਸ਼ੋਰ ਮਚਾਉਣਾ ਚਾਹੁੰਦਾ। ਸਾਡੇ ਸੰਤਾਂ ਸੂਫੀਆਂ ਨੇ ਕਿਹਾ, जाति ना पूछो साधु की, पूछ लीजिए ज्ञान, मोल करो तलवार का, पड़ी रहने दो म्यान। लेकिन ज्ञान दे गल तां दूर दूर तक भी नहीं। ਗਿਆਨ ਹੁੰਦਾ ਜੀਵਨ ਦੇ ਵਿੱਚ ਤੇ ਜਾਤੀਆਂ ਦੀ ਰਟਣ ਛੁੱਟ ਗਈ ਹੁੰਦੀ, ਸ਼ੋਰ ਖਤਮ ਹੋ ਗਏ ਹੁੰਦੇ, ਜੋ ਢੰਡੋਰੇ ਪਿੱਟੇ ਜਾ ਰਹੇ ਨੇ ਹਰ ਜਗ੍ਹਾ 'ਤੇ। ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਇਸੇ ਤਰ੍ਹਾਂ ਜਿੱਥੇ ਗਿਆਨ ਆ ਜਾਂਦਾ ਉੱਥੇ ਅਗਿਆਨਤਾ ਖਤਮ ਹੋ ਜਾਂਦੀ ਹੈ। ਸਫਾਈ ਆ ਗਈ, ਗੰਦਗੀ ਨੂੰ ਜਾਣਾ ਪਏਗਾ। ਇਹ ਨਹੀਂ ਗਈ ਹੈ ਜੇ ਰਟਨ, ਜਾਤੀਆਂ ਦੀ ਰਟਨ, ਇਹ ਹੰਕਾਰ ਦੀ ਰਟਨ, ਇਹ ਸ਼ੋਰ ਸ਼ਰਾਬੇ ਦੀ ਰਟਨ ਨਹੀਂ ਗਈ। ਇਸ ਦਾ ਮਤਲਬ ਹੈ ਕਿ ਅਸੀਂ ਅਗਿਆਨੀ ਹੈ, ਅਸੀਂ ਅਜੇ ਸਮਝੇ ਹੀ ਨਹੀਂ ਉਹਨਾਂ ਨੂੰ। ਸਾਧੂ ਕੋਈ ਗਿਆਨ ਹੀ ਨਹੀਂ ਦਿੰਦਾ ਸਾਨੂੰ। ਅਸੀਂ ਸਾਧੂਆਂ ਦੀ ਵੀ ਜਾਤੀ ਹੀ ਫੜ ਕੇ ਬੈਠੇ ਹਾਂ। ਸਾਧੂ ਖੁਦ ਆਪਣੀ ਜਾਤੀ ਫੜ ਕੇ ਬੈਠਾ ਅੱਜ ਦਾ ਸਾਧੂ। ਔਰ ਸਾਡੇ ਸੰਤ ਕਹਿ ਰਹੇ ਨੇ, ਜਾਤੀ ਨਾ ਪੁੱਛੋ ਸਾਧੂ ਕੀ, ਪੁੱਛ ਲੀजिए ਗਿਆਨ। ਔਰ ਅਸੀਂ ਸਾਧੂਆਂ ਨਾਲ ਜੁੜੇ ਹੋਏ ਹੀ ਇਸ ਕਰਕੇ ਕਿ ਉਸਦੀ ਜਾਤੀ ਸਾਡੇ ਨਾਲ ਮਿਲਦੀ ਹੈ ਨਾ। ਹੈਰਾਨੀ ਵਾਲੀ ਗੱਲ। ਕਿਸੇ ਪੜ੍ਹੇ ਲਿਖੇ ਨੂੰ ਕਹੋ ਕਿ ਕੱਲ੍ਹ ਤੋਂ ਤੂੰ ਕੁਛ ਨਾ ਲਿਖਣਾ ਨਾ ਪੜ੍ਹਨਾ, ਸਿਰਫ ਅੰਗੂਠਾ ਹੀ ਲਾਉਣਾ, ਮੰਨੇਗਾ ਉਹ? ਨਹੀਂ। ਜਿਸ ਨੂੰ ਇੱਕ ਵਾਰੀ ਸਮਝ ਆ ਗਈ ਆ, ਜਿਸ ਨੇ ਇੱਕ ਵਾਰੀ ਉਸ ਗਿਆਨ ਨੂੰ ਜਾਣ ਲਿਆ ਹੈ, ਉਹ ਦੁਬਾਰਾ ਉਹ ਹਰਕਤ ਨਹੀਂ ਕਰ ਸਕਦਾ, ਉਹ ਦੁਬਾਰਾ ਉਸ ਅਗਿਆਨਤਾ ਵਿੱਚ ਨਹੀਂ ਜਾ ਸਕਦਾ। ਇੱਕ ਆਤਮ ਗਿਆਨੀ ਮੁੜ ਕੇ ਇਸ ਸਮਾਜ ਦਾ ਹਿੱਸਾ ਨਹੀਂ ਬਣ ਸਕਦਾ। ਸਮਾਜ ਦੀਆਂ ਬੇਵਕੂਫੀਆਂ 'ਤੇ ਹਾਂ ਨਹੀਂ ਕਹੇਗਾ, ਉਸਦੇ ਬੰਧਨਾਂ ਦੇ ਵਿੱਚ ਬੰਧ ਨਹੀਂ ਸਕਦਾ।
ਇਸ ਜਾਤੀ ਦੇ ਬੰਧਨਾਂ ਵਿੱਚ, ਇਸ ਊਚ ਨੀਚ ਦੇ ਬੰਧਨਾਂ ਵਿੱਚ, ਇਹ ਦੇਹ ਭਾਅ ਦੇ ਵਿੱਚ ਉਹ ਨਹੀਂ ਫਿਰ ਜੀ ਸਕਦਾ। ਰਹਿਤਾਂ ਸਾਹਿਬ ਜੀ ਨੇ ਇੱਕ ਬਹੁਤ ਗਹਿਰੀ ਗੱਲ ਕਹੀ ਸੀ, ਮਨ ਚੰਗਾ ਤਾਂ ਕਟੌਤੀ ਮੇਂ ਗੰਗਾ। ਇਸ ਇੱਕ ਲਾਈਨ ਵਿੱਚ ਹੀ ਉਸਨੇ ਸਾਰਾ ਗਿਆਨ ਦੇ ਦਿੱਤਾ, ਸਾਰੇ ਬ੍ਰਹਿਮੰਡ ਦਾ ਗਿਆਨ ਦੇ ਦਿੱਤਾ ਜੇ ਕੋਈ ਸਮਝਣਾ ਚਾਹੇ। ਉਹਨਾਂ ਨੇ ਕਿਹਾ ਕਿ ਜੇ ਤੁਸੀਂ ਆਪਣਾ ਮਨ ਸਾਫ਼ ਕਰ ਲਓ ਤੇ ਤੁਹਾਨੂੰ ਕਿਸੇ ਬਾਹਰੀ ਗੰਗਾ ਵਿੱਚ ਨਹਾਉਣ ਦੀ ਜ਼ਰੂਰਤ ਨਹੀਂ ਹੈ। ਐਡੀ ਦੂਰ ਯਾਤਰਾਵਾਂ ਕਰਕੇ ਤੀਰਥਾਂ ਦੇ ਜਾਣ ਦੀ ਜ਼ਰੂਰਤ ਨਹੀਂ ਹੈ। ਮੰਦਰਾਂ ਗੁਰਦਾਂ ਵਿੱਚ ਜਾ ਕੇ ਤੀਰਥ ਕਰਨ ਦੀ ਜ਼ਰੂਰਤ ਨਹੀਂ ਹੈ। ਪੂਜਾ ਪਾਠ ਕਰਨ ਦੀ ਜ਼ਰੂਰਤ ਨਹੀਂ ਹੈ। ਤੁਹਾਡੇ ਕੰਮ ਕਰਨੇ ਦੇ ਵਰਤਨ ਵਿੱਚ ਹੀ ਕਟੌਤੀ ਮੇ ਦੇ ਵਿੱਚ ਹੀ ਪਰਮਾਤਮਾ ਹੈ। ਇਮਾਨਦਾਰੀ ਦੇ ਵਿੱਚ ਹੀ ਗੁਰੂ ਹੈ। ਇਮਾਨਦਾਰੀ ਦੇ ਵਿੱਚ ਹੀ ਪਰਮਾਤਮਾ ਹੈ। ਜੋ ਤੁਹਾਨੂੰ ਜੇ ਇਹ ਇਮਾਨਦਾਰੀ ਹੀ ਤੁਹਾਨੂੰ ਆਤਮਾ ਤੱਕ ਲੈ ਜਾਂਦੀ ਹੈ, ਅੰਦਰਲੇ ਆਰਾਮ ਤੱਕ ਲੈ ਜਾਂਦੀ ਹੈ। ਕੰਮ ਹੀ ਤੁਹਾਨੂੰ ਉਸ ਪਰਮਾਤਮਾ ਤੱਕ ਮਿਲਾ ਸਕਦਾ। ਜੋ ਤੁਸੀਂ ਹਰ ਕੰਮ, ਜੀਵਨ ਦਾ ਹਰ ਪਲ ਉਸ ਇਮਾਨਦਾਰੀ ਨਾਲ ਗੁਜ਼ਾਰੋ। ਪਰ ਅਸੀਂ ਧਰਮ ਦੇ ਨਾਂ 'ਤੇ ਹੀ ਪੂਰੀ ਹੇਰਾਫੇਰੀ ਕਰ ਰਹੇ ਹਾਂ। ਅੱਜ ਦਾ ਸਾਧੂ ਹੀ ਹੇਰਾਫੇਰੀ ਕਰ ਰਿਹਾ ਹੈ ਤੇ ਆਮ ਦੁਨੀਆ ਉਸ ਤੋਂ ਕੀ ਸਿੱਖ ਸਕਦੀ ਹੈ? ਇਹ ਇੱਕ ਜਾਗੇ ਹੋਏ ਇਨਸਾਨ ਨੂੰ ਝੰਜੋੜ ਕੇ ਰੱਖ ਦਿੰਦੀ ਹੈ ਔਰ ਬੋਲਣ 'ਤੇ ਮਜਬੂਰ ਕਰ ਦਿੰਦੀ ਹੈ। ਆਖਰ ਕਦ ਤੱਕ ਇਹ ਅਗਿਆਨਤਾ ਚੱਲੇਗੀ? ਅਸੀਂ ਕਦੋਂ ਤੱਕ ਉਹਨਾਂ ਨੂੰ ਬਦਨਾਮ ਕਰਦੇ ਰਹਾਂਗੇ? ਬਹੁਤ ਤਰਸ ਆਉਂਦਾ ਉਹਨਾਂ ਇਨਸਾਨਾਂ ਤੇ ਜਿਨ੍ਹਾਂ ਨੇ ਇਸ ਆਤਮ ਗਿਆਨ ਤੇ, ਇਸ ਬੋਧ ਤੇ ਆਪਣੀ ਜੀਵਨ ਵਾਰ ਦਿੱਤਾ। ਇੱਕ ਆਤਮ ਗਿਆਨੀ, ਇੱਕ ਬੋਧਮਾਨ ਇਨਸਾਨ ਆਪਣੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੰਦਾ। ਉਹ ਹਰ ਰਿਸ਼ਤੇ ਨੂੰ, ਹਰ ਚੀਜ਼ ਨੂੰ, ਦੁਨੀਆ ਦੀ ਨੂੰ ਨਕਾਰ ਦਿੰਦਾ ਹੈ ਇਸ ਮਾਇਆ ਨੂੰ, ਉਸ ਬੋਧ ਲਈ, ਉਸ ਸੱਚ ਲਈ, ਉਸ ਰਸਤੇ 'ਤੇ ਚੱਲਣੇ ਲਈ। ਤਾਂ ਹੀ ਕਹਿੰਦੇ ਅੜਵੜ ਹੈ ਜੇ ਰਸਤਾ ਚੱਲਣਾ, ਕਬੀਰ ਸਾਹਿਬ ਕਹਿੰਦੇ। ਔਰ ਸਾਡੇ 'ਚ ਫਿਰ ਹਿੰਮਤ ਨਹੀਂ ਹੁੰਦੀ। ਫਿਰ ਅਸੀਂ ਉਹਨਾਂ ਨੂੰ ਉਸ ਤਰ੍ਹਾਂ ਵੀ ਨਹੀਂ ਰਹਿਣ ਦਿੰਦੇ ਜਿਸ ਤਰ੍ਹਾਂ ਦੇ ਉਹ ਹੈ। ਫਿਰ ਅਸੀਂ ਉਹਨਾਂ ਨੂੰ ਆਪਣੇ ਰੰਗ ਵਿੱਚ ਰੰਗ ਲੈਂਦੇ ਹਾਂ। ਕਿਸ ਤਰ੍ਹਾਂ ਤੁਸੀਂ ਕਿਸੇ ਦਾ ਇੰਨਾ ਵੱਡਾ ਖਿਲਵਾੜ ਕਰ ਸਕਦੇ ਹੋ? ਇੱਕ ਆਤਮ ਗਿਆਨੀ ਨੂੰ। ਇਸੇ ਤਰ੍ਹਾਂ ਸਾਡੇ ਨਾਨਕ ਸਾਹਿਬ ਜੀ ਕਹਿੰਦੇ ਨੇ, ਇੱਕੋ ਲਾਈਨ ਦੇ ਵਿੱਚ ਸਾਰਾ ਅਧਿਆਤਮਿਕ ਗਿਆਨ ਦੇ ਦਿੰਦੇ, ਸੱਚੇ ਹੋਵੇ ਤਾਂ ਸੱਚੋ ਪਾਈਏ। ਔਰ ਕਬੀਰ ਸਾਹਿਬ ਕਹਿ ਦਿੰਦੇ ਆ, ਮਨ ਨਾ ਰੰਗਾਇਆ ਜੋਗੀਆ, ਰੰਗਾਇਆ ਕੱਪੜਾ। ਜਾਣੀ ਕਿ ਗੱਲ ਸਾਰੀ ਮਨ ਦੀ ਹੈ, ਬਾਹਰ ਦੀਆਂ ਗੱਲਾਂ ਦੀ ਗੱਲ ਹੀ ਨਹੀਂ ਹੈ। ਜਦੋਂ ਇਹ ਸਹੀ ਜਗ੍ਹਾ 'ਤੇ ਆ ਗਿਆ, ਸਰੋਤ ਨਾਲ ਜੁੜ ਗਿਆ, ਸੈਂਟਰ 'ਤੇ ਆ ਗਿਆ, ਗੱਲ ਆਪਣੇ ਆਪ ਹੀ ਸਮਝ ਆ ਜਾਣੀ। ਉਹ ਕਿਸੇ ਦੇ ਸਮਝਾਇਆ ਨਹੀਂ ਆ ਸਕਦੀ, ਖੁਦ ਜੀ ਕੇ ਹੀ ਸਮਝ ਆ ਸਕਦੀ, ਉਸ ਰਸਤੇ 'ਤੇ ਚੱਲ ਕੇ ਹੀ ਆ ਸਕਦੀ ਹੈ। ਇਸ ਵਿੱਚ ਕੋਈ ਵੀ ਮੁਸ਼ਕਿਲ ਨਹੀਂ ਸਮਝਣੇ ਦੀ। ਕਿੰਨੇ ਆਸਾਨ ਢੰਗ ਨਾਲ ਉਹਨਾਂ ਨੇ ਕਹਿਤਾ, ਸੱਚੇ ਹੋਵੋ ਤਾਂ ਸੱਚੋ ਪਾਈਏ, ਕਟੌਤੀ ਮੇਂ ਗੰਗਾ। ਮਨ ਚੰਗਾ ਹੈ ਹੋਵੇ ਤਾਂ ਸਭ ਕੁਝ ਆਪਣੇ ਆਪ ਹੀ ਹੋ ਜਾਂਦਾ ਹੈ। ਪਰ ਮਨ ਸਾਡਾ ਇੰਨਾ ਗੰਦਗੀ ਨਾਲ ਭਰਿਆ ਹੋਇਆ ਹੈ ਤੇ ਅੱਜ ਅਸੀਂ ਕਿੱਥੇ ਖੜੇ ਹਾਂ? ਕੱਪੜੇ ਤਾਂ ਰੰਗਾ ਲਏ ਪਰ ਮਨ ਤਾਂ ਕਾਲਾ ਹੈ। ਔਰ ਅਸੀਂ ਗਾ ਰਹੇ ਹਾਂ ਸੁਬਾਹ ਤੋਂ ਸ਼ਾਮ ਤਾਈਂ, ਔਰ ਅਸੀਂ ਗਾ ਰਹੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤਾਈਂ, ਹਰੀ ਸੋਹੀ ਰਾਹ ਛਾੜ ਕੇ ਘਰੇ ਆਣ ਕੀ ਆਸ, ਤੇ ਨਰ ਜਮਪੁਰ ਜਾਏਂਗੇ ਸਤ ਆਖੇ ਰਵਿਦਾਸ। ਇਹ ਗਾਣਾ ਕੀ ਹੁੰਦਾ? ਜਿਹੜੇ ਤੁਸੀਂ 420 ਕਰਦੇ ਪਏ ਹੋ, ਉੱਥੇ ਰੱਤੀ ਭਰ ਵੀ ਹੇਰਾਫੇਰੀ ਨਹੀਂ ਚੱਲਦੀ। ਦਿਸ ਇਜ਼ ਦੀ ਗੱਲ ਸਾਡੇ ਸੰਤ ਕਹਿ ਰਹੇ। ਇਹ ਨਹੀਂ ਕਿ ਹੁਣ ਥੋੜ੍ਹਾ ਜਿਹਾ ਮੌਕਾ ਚਲੋ ਫਾਇਦਾ ਉਠਾ ਲਓ, ਹੁਣ ਕਿਸੇ ਨੇਤਾ ਨੂੰ ਛੱਡ ਕੇ ਜਾਂ ਕਿਸੇ ਨੂੰ ਬੁਲਵਾ ਕੇ ਥੋੜ੍ਹਾ ਜਿਹਾ ਆਪਣਾ ਨਫਾ ਨੁਕਸਾਨ ਦੇਖ ਲਓ, ਥੋੜ੍ਹਾ ਜਿਹਾ ਕਿਸੇ ਨੂੰ ਬੁਲਵਾ ਕੇ ਚੈੱਕ ਲੈ ਲਓ ਜਾਂ ਕੁਛ ਕਰ ਲਓ, ਥੋੜ੍ਹਾ ਜਿਹਾ ਹੇਰਾ ਫੇਰੀ ਕਰ ਲਓ।
ਥੋੜ੍ਹਾ ਜਿਹਾ ਮੈਂ ਇੱਥੇ ਆ ਜਾਊਂਗਾ, ਇੱਥੇ ਆ ਮੈਂ ਇੱਥੇ ਆ ਜਾਊਂਗਾ। ਫਿਰ ਕੀ ਹੋਇਆ, ਇੱਕੋ ਕਦਮ ਤਾਂ ਹੈ ਨਾ। ਪਰ ਉਸ ਟਾਈਮ ਤੁਸੀਂ ਨਾਲ ਹੀ ਆਪਣਾ ਇੱਥੋਂ ਇੱਥੇ ਆ ਗਏ, ਇੱਥੋਂ ਵੀ ਇੱਥੇ ਕੀ ਇੱਥੇ ਆ ਗਏ। ਬੜੀ ਮਿਹਨਤ ਲੱਗਣੀ ਫਿਰ ਇੱਥੇ ਆਣੇ ਦੀ, ਜਿਸ ਦੀਆਂ ਗੱਲਾਂ ਉਹ ਕਰ ਰਹੇ ਨੇ। ਪਲ ਪਲ ਕਹਿ ਰਹੇ ਨੇ ਜਪਣੇ, ਜਪਣਾ ਮਤਲਬ ਨਹੀਂ ਮੂੰਹ ਨਾਲ ਜਪਣਾ, ਪਲ ਪਲ ਆਪਣੇ ਤੇ ਨਜ਼ਰ, ਪਲ ਪਲ सांस सांस सिमरो रे गोविंद, सांस सांस के सिमरो रे गोविंद। सांस हर पल आ रही है, एक पल ना आवे तो जान निकलती है। इसे तरह जो सच के रस्ते ते एक पल ले चले डामाडोल हो गए तो मन मैला हो गया, जिस दियां गल्लां वो कर रहे हैं। और असी मन पूरा काला है और गा रहे हैं हर सो हीरा छाड़ के करे आन की आस। हरी नूं फड़िया कित्थे सी, छड्डिया ही तो है, गाने ना की हो जाएगा। इन्नी बड़ी अज्ञानता, इन्ना बड़ा धोखा। साडे सुल्तान बाबू जी कहते ने, दिल काले नौ मुँह काला चंगा, जे कोई इसनू जाने। वो कहते ने साडे संत, साडे सूफी कहते ने, मुँह काला करवाना हज़ारां कर बैठ रहा कर दो, जिन्हें भी मेरा करना काला। वो कहते संत कहते, सूफी कहते, पर मेरा दिल ना काला होवे, मैनू दुनिया तो कुछ नहीं लेना देना। क्योंकि जो दिल काला हो गया वो हृदय च नहीं बह सकता, वो गायब हो जाएगा। वो उसनू नहीं गवाना चाहते और असी उसनू गवा के सब कुछ पाना चाहते बाहर है ना। असी फिर उल्टी गंगा च बह रहे। साढ़े बाबा बुल्ले शाह कहते, उल्टी गंगा बाओ रे साधु तब हर दर्शन पाइए। पर उसकी गंगा कुछ हो रहा, जिसकी गल कर रहे उल्टी गंगा, उत्थे वो कह रहे ने उल्टी गंगा बहा दो, इस संसार के विपरीत चल जाओ। असी अपना मूँह काला करवाने को तैयार नहीं, उसनू बचाने लिए सवेर तो ला के शाम तक अड्डियाँ चुक चुक के फाहे लेने कि साढ़े को होर भीड़ बच जाए, साढ़े को होर थोड़ा नेता आ गए, साढ़े को थोड़ी होर पावर आ जाए, पैसे की पावर, राजनीति की पावर, नेता की पावर, मंत्रियों की पावर आ जाए। और साढ़े संत कहते हैं मुँह काला चंगा, क्योंकि फिर उजाड़ तो मिलता ना, जो चौरी चल गया फिर कादा जीना, जो सच्ची चले गया फिर कादा जीना। फिर इस करके साढ़े संतां ने जहर पीना भी कबूल किया। शुक्रात मीरा जहर पी गए, मंसूर सूली ते चढ़ गया, टंग दिता। पर उन्होंने बदल नहीं सकता सी, कह नहीं सकता कि मैं नहीं जानता अपने परमात्मा, मैं नहीं जानता अपने यार, है नहीं मेरा यार, कह नहीं सकता। क्योंकि ना इश्क है ना मोहब्बत है। मोहब्बत नूं ठोकर मार के इस संसार दे अगे जी के की लेना, कादा जीना। जद यार ही मर गया, जो यार नूं हरा दिता, मुँह चमका के की लेना। इस तरह दी गल्लां साढ़े संत, साढ़े सूफी करते पे ने। वाह, उन्हां दे दर्द नूं पढ़ के देखियो, नहीं किते भी बैठे इहदा समूह बना के, इस तरह ऊंचियां कुर्सियां ते बैठ के, उन्होंने किसी का ढोल नहीं बनाया बजाया किसी के नाँ का कि अज मैं फलाने दे नाँ का मंदिर खोल के बैठ जाना, धार्मिक स्थान बना के बैठ जाना, या मैं किसी के ज्ञान की किताब रख के बैठ जाना। उन्होंने नहीं किया। वो कहते साड़ा यार ही एक ही आ, साढ़े अंदर बैठा है, कोई इंसान नहीं अंदर बैठा, सच का एक रस्ता है, वो उस रस्ते ते चल के ही पता लगता। जान वार नहीं पैंदी, जींदियां जींदियां मरना पैंदा इस संसार दे वलों, इस झूठ दे वलों, इस अहंकार दे वलों। उसे ने उन्होंने जीना क्या है, मरना क्या, जींदे जी मरना। बाबा बुल्ले शाह करते हैं, वार दे तू सब कुछ अपने यार तो। बड़ा वधिया कलाम है, उन्होंने याद नहीं। इश्क ने मैनू भी लुट लिया, इस इश्क ने मैनू लुट लिया। तू बाहर दे हर शह दुनिया दे इस यार तो, ये तू उसनू पाना।
इस तरह दी गल्लां करते हैं साढ़े संत साढ़े सूफी। ये तो जी के पता लगता है। जिस तन लगे इश्क कमाल, नाचे बेसुर ते बेताल, वो फिर दुनिया के सुरां च सुर नहीं मिला सकता, दुनिया के झूठ नूं सच नहीं कह सकता। वो फिर सुरां ना सुर ने नियमां नाल नहीं चलता, इन्हां कायदे कानूनां नूं ते सुरां च नहीं चलता। ਉਹਦਾ ਤਾਂ ਇੱਕੋ ਸੱਚ ਦਾ ਸੁਰ ਆ, ਉਹੀ ਉਹਦਾ ਸੁਰ ਆ ਬਸ, ਉਹੀ ਵਜਾਉਂਦਾ ਉਹ ਫਿਰ ਸਵੇਰ ਤੋਂ ਲੈ ਕੇ ਸ਼ਾਮ ਤੱਕ। ਔਰ ਦੁਨੀਆ ਫਿਰ ਉਹਨਾਂ ਨੂੰ ਪਾਗਲ ਕਹਿੰਦੀ ਹੈ। ਆਪਣਾ ਕੋਈ ਸਖਾ ਸੰਬੰਧੀ ਫਿਰ ਉਹਨਾਂ ਨਾਲ ਨਹੀਂ ਬੈਠਣਾ ਚਾਹੁੰਦਾ। ਔਰ ਮੈਨੂੰ ਹੈਰਾਨੀ ਆਉਂਦੀ ਲੋਕਾਂ ਨੂੰ ਦੇਖ ਕੇ ਅੱਜ ਕੱਲ੍ਹ, ਜੋ ਵੀ ਧਰਮ ਦੇ ਨਾਂ 'ਤੇ ਬੈਠਾ, ਉਸੀ ਘਰ ਵਾਲੀ ਔਰ ਉਹਦਾ ਘਰ ਵਾਲਾ ਦੋਨੇ ਬੈਠ ਕੇ ਮੀਆਂ ਬੀਬੀ ਧਰਮ ਚਲਾਉਂਦੇ ਪਏ ਨੇ। ਸਭ ਜਗ੍ਹਾ 'ਤੇ ਜੋੜਾ ਹੀ ਨਜ਼ਰ ਆਉਂਦਾ, ਜਦ ਕਿ ਇਸ ਰਸਤੇ 'ਤੇ ਕਿਸੇ ਨੂੰ ਚਲਾਉਣ ਲਈ ਨਾਲ ਬੜਾ ਮੁਸ਼ਕਿਲ ਹੈ। ਸਭ ਵਪਾਰ ਹੋ ਰਿਹਾ, ਕੋਈ ਜੀਸਸ ਦੇ ਨਾਂ 'ਤੇ ਕਰ ਰਿਹਾ, ਕੋਈ ਰੈਦਾਸ ਸਾਹਿਬ ਜੀ ਦੇ ਨਾਂ 'ਤੇ ਕਰ ਰਿਹਾ, ਕੋਈ ਨਾਨਕ ਦੇ, ਕੋਈ ਕ੍ਰਿਸ਼ਨ ਦੇ। ਸਭ ਦੁਕਾਨਾਂ ਚਲਾ ਰਹੇ ਨੇ ਔਰ ਗਾਹਕ ਬਹੁਤ ਨੇ। ਗਾਹਕਾਂ ਦੀ ਭੀੜ ਹੀ ਭੀੜ। ਸਾਡੇ ਸੰਤਾਂ ਸਾਡੇ ਸੂਫੀਆਂ ਕੋਲ ਜਿਹੜੀ ਨਹੀਂ ਸੀ ਹੁੰਦੀ। ਉਹ ਕਹਿੰਦੇ ਯਾਰ ਕੋਈ ਆਉਂਦਾ ਹੀ ਨਹੀਂ, ਮੂੰਹ ਕਾਲਾ ਕਰਦਾ ਜਿਹੜਾ ਵੀ ਕੋਈ ਆਉਂਦਾ। ਇੱਥੇ ਸਾਰੇ ਗੋਰਾ ਮੂੰਹ ਕਰਨ ਲੱਗੇ ਵਾ ਆਪਣੇ ਬਾਬਿਆਂ ਦਾ। ਨੋਟਾਂ ਦੇ ਹਾਰ, ਸੋਨੇ ਦੇ ਹਾਰ, ਮਾਰ ਸ਼ਮਾਰ, ਕਿਤੇ ਫੁੱਲਾਂ ਦੀ ਵਰਖਾ, ਕਿਤੇ ਡੱਡੀਆਂ ਰੱਥ ਬਣਾ ਕੇ ਉਹਨਾਂ 'ਤੇ ਬਿਠਾ ਕੇ ਸ਼ੁਭ ਯਾਤਰਾਵਾਂ ਕੱਢਦੇ ਨੇ, ਨੌਗਾੜੇ ਵਜਾਉਂਦੇ ਨੇ। ਉਹ ਕਹਿੰਦੇ ਯਾਰ ਕੋਈ ਆਉਂਦਾ ਹੀ ਨਹੀਂ ਸਾਡੇ ਕੋਲ, ਜਿਹੜਾ ਆਉਂਦਾ ਸਾਨੂੰ ਗਾਲ ਗਲੋਚੀ ਕਰਦਾ, ਸਾਨੂੰ ਜ਼ਹਿਰ ਦੇ ਪਿਆਲੇ ਦਿੰਦਾ। ਕਿਸ ਤਰ੍ਹਾਂ ਹੋ ਸਕਦੀ? ਸੱਚ ਬੜਾ ਕੌੜਾ ਹੈ, ਇੰਨੀ ਭੀੜ ਨਹੀਂ ਆ ਸਕਦੀ। ਤੁਸੀਂ ਖੁਦ ਦੇਖ ਲਓ, ਭੀੜ ਨਕਲੀ ਹੈ ਔਰ ਤੁਸੀਂ ਉਸ ਭੀੜ ਦਾ ਹਿੱਸਾ। ਖੁਦ ਨੂੰ ਭੁੱਲ ਕੇ, ਅੰਦਰ ਵਾਲੇ ਨੂੰ ਮਾਰ ਕੇ ਭੀੜ 'ਚ ਮੌਜਾਂ ਕਰਦੇ ਹੋ। ਥੋੜੀ ਦੇਰ ਲਈ ਹੈ, ਜ਼ਿਆਦਾ ਦੇਰ ਦੀ। ਹਰ ਰੋਜ਼ ਤਾਂ ਉਹੀ ਰੰਡੀ ਰੋੜੇ ਨਾ, ਨਫ਼ਰਤ, ਕ੍ਰੋਧ ਝੜ ਲਿਓ। ਫਿਰ ਸੁਲਤਾਨ ਬਾਬੂ ਜੀ ਕਹਿੰਦੇ ਨੇ, ਇਹ ਦਿਲ ਯਾਰ ਦੇ ਪਿੱਛੇ ਹੋਵੇ ਤਾਂ ਤਦ ਯਾਰ ਪਛਾਣੇ। ਇਹ ਦਿਲ ਸੱਚ ਦੇ ਪਿੱਛੇ ਹੋਵੇ ਤਾਂ ਯਾਰ ਹੀ ਤਾਂ ਹੀ ਤੁਹਾਨੂੰ ਪਛਾਣੇ। ਤਾਂ ਹੀ ਯਾਰ ਵੀ ਥੋੜ੍ਹਾ ਜਿਹਾ ਮਾੜਾ ਜਿਹਾ ਮੂੰਹ ਕੱਢ ਕੇ ਉਹ ਦੇਖੇ ਕਿ ਹਾਂ ਮੈਨੂੰ ਕੋਈ ਪੁੱਛ ਰਿਹਾ, ਕੋਈ ਜਾਣ ਰਿਹਾ। ਪਰ ਉਹਦੇ ਪਿੱਛੇ ਹੈ ਹੀ ਨਹੀਂ, ਇਹ ਤਾਂ ਭੀੜ ਦੇ ਪਿੱਛੇ ਹੈ। ਉਹ ਕਹਿੰਦੇ ਨੇ ਜਦੋਂ ਫਿਰ ਦਿਲ ਟਿਕਾਣੇ ਲੱਗ ਜਾਂਦਾ ਹੈ, ਆਲਮ ਛੋੜ ਮਸੀਤਾਂ ਨੱਠੇ ਵੇ। ਕਿ ਜਦੋਂ ਮਨ ਟਿਕਾਣੇ ਲੱਗ ਜਾਂਦਾ, ਜਦੋਂ ਤੁਸੀਂ ਖੁਦ ਨਾਲ ਜੁੜ ਜਾਂਦੇ ਹੋ, ਤੇ ਫਿਰ ਮੰਦਰਾਂ ਮਸੀਤਾਂ ਨੂੰ ਛੋੜ ਕੇ ਭੱਜਦਾ ਹੈ ਉਹ ਇਨਸਾਨ। ਸੁਲਤਾਨ ਬਾਬੂ ਕਹਿੰਦੇ ਜਦ ਦਿਲ ਲੱਗੇ ਟਿਕਾਣੇ, ਆਲਮ ਛੋੜ ਮਸੀਤਾਂ ਨੱਠੇ। ਕਿ ਫਿਰ ਇਹ ਜਿਹੜੀਆਂ ਮਸੀਤਾਂ, ਗੁਰਦੁਆਰੇ, ਮੰਦਰ, ਧਾਰਮਿਕ ਸਥਾਨ ਜਿਹੜੇ ਬਾਬਿਆਂ ਕੋਲ ਤੁਸੀਂ ਜਾਂਦੇ ਹੋ, ਫਿਰ ਛੱਡ ਕੇ ਬੰਦਾ ਭੱਜਦਾ। ਜਦੋਂ ਅਸਲ ਵਿੱਚ ਦਿਲ ਯਾਰ ਨਾਲ ਲੱਗ ਜਾਂਦਾ ਹੈ, ਸੱਚ ਨਾਲ ਲੱਗ ਜਾਂਦਾ। ਕੋਈ ਬੰਦਾ ਨਹੀਂ, ਉਹ ਸੱਚ, ਪਾਕ, ਪਵਿੱਤਰ, ਅੰਮ੍ਰਿਤ ਜਿਸ ਨੂੰ ਕਿਹਾ, ਜਿਸ ਨੂੰ ਆਤਮਾ ਕਿਹਾ, ਜਿਸ ਨੂੰ ਸਰੋਤ ਕਿਹਾ, ਜਿਸ ਨੂੰ ਕੇਂਦਰ ਕਿਹਾ। ਜਦ ਉੱਥੇ ਤੁਸੀਂ ਟਿਕ ਜਾਂਦੇ ਹੋ, ਆ ਜਾਂਦੇ ਹੋ, ਫਿਰ ਡੋਮਾ ਡੋਲ ਹੋਣ ਤਾਂ ਕੋਈ ਰਸਤਾ ਹੀ ਨਹੀਂ। ਇੱਕ ਵਾਰੀ ਜਿਸ ਨੂੰ ਉਹ ਸਵਾਦ ਆ ਗਿਆ ਹੈ, ਉਹ ਫਿਰ ਬੇਸਵਾਦਾ ਨਹੀਂ ਹੋ ਸਕਦਾ, ਉਹ ਨਲਾਇਕ ਨਹੀਂ ਹੋ ਸਕਦਾ। ਜਿਹੜਾ ਗਿਆਨੀ ਹੋ ਗਿਆ, ਜਿਹੜਾ ਆਤਮ ਗਿਆਨੀ ਹੋ ਗਿਆ। ਜੇ ਕੋਈ ਇਸ ਰਾਜ ਨੂੰ ਜਾਣ ਲਵੇ ਤੇ ਫਿਰ ਉਹ ਬੇਸਵਾਦਾ, ਬੇਸੁਰਾ ਨਹੀਂ ਹੋ ਸਕਦਾ। ਦੁਨੀਆ ਲਈ ਬੇਸੁਰਾ ਹੋ ਜਾਏਗਾ ਕਿਉਂਕਿ ਉਹਨਾਂ ਦੇ ਨਾਲ ਨਹੀਂ ਚੱਲਦਾ। ਉਹਨਾਂ ਲਈ ਬੇਸਵਾਦਾ ਹੋ ਜਾਏਗਾ ਕਿਉਂਕਿ ਉਹਨਾਂ ਵਾਲੀਆਂ ਗੱਲਾਂ ਨਹੀਂ ਕਰਦਾ, ਉਹਨਾਂ ਵਰਗੀਆਂ ਘੋੜੀਆਂ ਨਹੀਂ ਗਾਉਂਦਾ ਬੈਠ ਕੇ। ਅਤੇ ਇਹ ਫਿਰ ਜਿਹੜੇ ਮੰਦਰਾਂ, ਗੁਰਦੁਆਰਿਆਂ 'ਚ, ਧਾਰਮਿਕ ਸਥਾਨਾਂ ਦੇ ਪਖੰਡ ਹੁੰਦੇ ਨਾ, ਇਹਨਾਂ 'ਚ ਨਹੀਂ ਉਹ ਫਿਰ ਬੈਠ ਸਕਦਾ। ਕਿ ਉਹਨੂੰ ਪਤਾ ਲੱਗਿਆ ਕਿ ਇੱਟਾਂ ਦੇ, ਪੱਥਰਾਂ ਦੇ ਮੰਦਰਾਂ ਵਿੱਚ ਉਹ ਜੀਂਦੇ ਜਾਗਦੇ ਹਿਰਦਿਆਂ 'ਚ ਹੀ ਮਿਲ ਸਕਦਾ ਹੈ,
ना पत्थरां 'च, इन्हां सोने चांदी दे, सोना चांदी पत्थर उन्हां ਲਈ हो जांदा। लेकिन अज दे संतां दी दौड़ लगी हुई, इन्हां दे पत्थरां दी बजाए सोने दी दौड़ लगी हुई। अज मरमर नहीं, अज सोना चलदा है। और पैसा खुद एक नहीं कमाना। जिस तरह सुल्तान बाहू कह रहे ना, जो भी मन टकाने लग जाता तो जो जार नूं पछाण लैंदा। इसी तरह रैदास कह रहे हैं, मन चंगा तो कटौती में गंगा। जब मन टकाने सिर लग जाता, इसी तरह रैदास कह रहे जब मन चंगा हो जाता तो अपने ही भांडे दे विच फिर गंगा बहन लग पाती है। गंगा शुद्ध होंदी है, उसका प्रतीक दस्या। जिस सादगी नूं साडे रैदास साहब जी ने इबादत बनाया, अपने काम नूं ही इबादत बनाया, उसके नां ते हज करोड़ां दे सोने चांदी दे महल खड़े किए जाते। इसने पारस नूं ठोकर मार दित्ती सी अपनी भगती लिए, अपने सच लिए। घर च छड्ड के गए पारस नूं भी उन्होंने छूया नहीं सी। असीं उन्हां दे नां ते नोटां दी सोने दी वर्षा कर रहे हैं और बाहर तमाशे कर रहे हैं। सिर्फ तमाशा हो रहा बाहर। उन्होंने सानू अंदर वल नूं मुड़ने दी शिक्षावां दित्तियां ने। खुद नूं एक सवाल करो कहंदे आ, पर साडा मन कित्थे चंगा है? कहंदे मन चंगा ते कटौती में गंगा। गंगा है नहीं, मन चंगा है नहीं ते गंगा है नहीं। जो असीं बाहर नूं भजदे पए, असीं चल रहे हैं ना विपरीत अपने गुरु दे, अपने संतां दे, अपने सूफियां दे, उन्हां दे ज्ञान दे विपरीत। सिर्फ उन्हां दी देह दी तस्वीर उठा के घूम रहे हैं। जो तस्वीर भी असली नहीं, वो भी असीं आपे बनाई आ, अपने ढंग नाल, अपने रंग नाल उसनूं रंग लिया है अपने रंग विच। किन्नी वड्डी ना इंसाफी है एक आत्म ज्ञानी नाल। काम भी सारा हेरा फेरी दा हो गया, धोखाबाजी दा। इसे गल नूं जीसस जी कहंदे ने, इस दुनिया दे विच जो सब तो अगे आ, वो आत्मा दी दुनिया विच सब तो पिछे भिखारी बनिया है। बना लो सोने चांदी दे मंदिर, बना लो जो करना कर लो। कहंदा उसकी दुनिया विच तुसीं सब तो पिछे हो। यानी कि सच अंदर मैला है। मैला भी कितना पहली बार लैंज जिदा मैला वो किस तरह पहले नंबर ते आ सकता, पहले लैन चो सब तो पहले च हो सकता। इस दुनिया च तुसीं अगे हो सकते हो धन दौलत पा के, शोहरत पा के, शोर शराबा करके, पर उसकी दुनिया में तुसीं अपने मन को मैला कर लिया है। मन चंगा ते कटौती विच गंगा। कोई गल जीसस कह रहे, जे मन ही नहीं चंगा तो उसकी दुनिया से तुसीं किस तरह पहला हो सकते हो? क्योंकि उथे चंगा साफ मन ही उथे पहुंच सकता है। किते भी पहुंचना नहीं है, अपने ते वापस आना है। एक शुद्ध रूप नूं अपने नूं जानना है। जो हुण असीं बने बैठे हैं, जिस तरह एक बर्तन आ बड़ा ही गंदा है, मैल ही मैल, फैटी फैट, मसाले सब्जियां नाल पता नहीं कितनी देर तो तूता नहीं, वो अपना असली रूप खो चुका है। तो इस तरह साड़ा मन गंदगी ना भरिया होया, समाज ने जो दे दिता सारा कुछ चिपकिया हुआ है। रिश्ते, जाति, ऊंच नीच, दे भाव, हंकार का एक नाम उन्होंने सारा दे दिता है। माया जिसनों कह देते हैं। भज रहे हैं, उस दौड़ रहे हैं उस मैल नूं बचाने लिए जो भांडे नाल चिपकी हुई है, जो मन नाल चिपकी हुई है। उसलिए हड्डियां चुक चुक के फाहे लै रहे, एक दूजे को दिखा रहे हैं, देख मेरा महल सब तो उच्चा, देख मेरी महल सब तो वधिया। महल ही उन्हां ले महल आओ जिन्हां दे तुसीं राग गांदे हो, महल कह रहे इसनूं। इस महल नूं बचाने लिए इंसान किस तरह तड़फदा पिया है, किस तरह सवेर तो ला के शाम तक दौड़ लगी हुई इसनूं बचाने लिए कि गिर ना जावे, ये महल छूट ना जावे, बर्तन नालों किते चली ना जावे, गायब ना हो जावे। कहते ने जिन्ना मर्जी बचा ला, एक
ਇੱਕ ਦਿਨ ਦੀ ਮੈਲ ਤਾਂ ਜਾਣੀ ਆ, ਸਾਰੇ ਰਿਸ਼ਤੇ ਖਤਮ ਹੋਣੇ, ਜਿਨ੍ਹਾਂ ਨੇ ਤੂੰ ਲੜਦਾ ਝਗੜਾ, ਇਜਾਤ ਚਲ ਜਾਣੀ ਆ, सब कुछ मिट जाना, जो तेरे शरीर भी मिट जाना एक दिन, ये भी नहीं रहना। ये बर्तन जिसले तू सब कुछ कर रहा शरीर लिए तो कर रहे अपनी मैं नूं उच्चा करने लिए, इस हंकार नूं, जो शरीर रूपी हंकार कि मैं इस जाति का, मैं इस धर्म का, इसनूं उच्चा करने लिए लगे हुए हैं। वो कहते ये भी नहीं रहना, फिर क्यों दौड़ लगाई हुई है? आ जाओ ना वापस अपने घर, क्यों दौड़ दौड़ के थके पे हो, थके प्यासे पे हो, तड़फ रहे हो, अशांत हो, दुख च पे, नफरत च, क्रोध च, अग च जल रहे हो, जगह जगह ते छाले पे हुए हो, चीख चला रहे हो और मन नहीं रहे हो कि मैं बीमार हाँ, मन नहीं रहे हो कि मेरे छाले पे हैं। आ जाओ ना, कहते वापस तरले कर रहे हैं, क्योंकि उन्होंने स्वाद लग के आया हो, उन्होंने जान लिया है कि तुम बेवजह ही चल रहे हो, बेवजह ही तड़फ रहे हो। तड़फ झूठी है, झूठ ले है तड़फ, माया ले है तड़फ, ये गंदगी ले है तड़फ। गंदगी की कीमत तो कौड़ी नहीं हो गई, जिसलिए तुम सारे अपने साह गवा रहे हो, जीवन ही ला रहे हो जिद दाव ते। एक गल याद रखियो, साढ़े संतां ने, साढ़े सूफियां ने कभी भी धर्म नूं अपने काम तो अलग नहीं समझिया। रैदास जुत्तियां गढ़दे सी, कबीर कपड़ा बुनते सी, नामदेव कपड़ा सींदे सी, और नानक खेती करते सी। काम ते राम विच उन्होंने कभी फर्क नहीं किया, दोनों ही कट्ठे करते करते, क्योंकि कम ही इबादत है, अपनी कमाई की रोटी खाना, आनंद कुछ और। और जो तुसी वो ईमानदारी ना कमा के खाते हो, उसका आनंद चुकना हो जाता है। उन्होंने कभी भी कम और अपने राम नूं लग नहीं किया, मरदे दम तक काम करते रहे। कहते उदों असी अपने लिए करते सी, हुण समझ आ गई, हुण तां राम लिए करते पे। अफसोस कि अज असी धर्म नूं भी व्यापार बना दिता है। ते उसदी ज्ञान दी रोशनी नूं असी किते ना किते मैं मेरी विच हंकार विच जोड़ दिता है। अज दा संत, अज दा गुरु किते भी काम करता नज़र नहीं आता, और ज्ञान भी उहदे कोल कोई नहीं। गहरे ज्ञान दी तां छड्डो, उपरला ज्ञान भी कुछ नहीं कि दुनिया जग जावे। सिर्फ एक अन्नी दौड़ लगी हुई नोटां दे पिछे, सोने चांदी दे पिछे, शोहरत दे, पावर दे। साढ़े संतां ने, साढ़े सूफियां ने सदा ईमानदारी की रोटी खाती है, ईमानदारी नाल जिंदगी जी है, और ईमानदारी के रस्ते ते चलना बड़ा मुश्किल है, बड़ा टफ है। दुनिया जीण नहीं दिंदी एक ईमानदार इंसान नूं, एक सच्चे नूं। उन्होंने कित्थे जीण दिंदे सी उदों? अज भी उन्होंने दिखावे लिए पूजया जाता है। ये तुसीं जरा भी होश ना देखो अपने मतबल लिए। दुनिया तालब मतबल दी सच सुन ओ फकीरा, शाह हुसैन जी कहते। मतबल आवे, मतबल जावे, मतबल पूजे गुरु पीरा। कौन है जड़ा बिना मतबल तो उन्होंने तस्वीर उठा के घूमता है? जाति मिलती है, उसके पिछे सुविधावां मिलदियां ने। हंकार नूं रोटी मिलती है, क्योंकि हंकार ही है जिसकी वो गल करते सारी अपनी बाणी विच, जिसनूं वो अहम कहते हैं, अहम वृत्ति कहते हैं। उसनूं हर वेले भुख लगी है, हंकार नूं हर वेले भुख लगी है कि उसनूं पहचान मिले, उसनूं कोई उपर नूं खिंचे। और साढ़े कहते उसनूं खत्म कर दे, मिटा दे, जमीन च एकदम टस दे, नज़र ही ना आवे। वही तो है सानू जड़ा साडे राम तो, साडे अपने अंदर तो दूर करता, साडे हिरदे तो च नहीं सानू बैठण दिंदा।
ਉਸ ਰਾਮ ਨੂੰ, ਕਿਉਂਕਿ ਉਹ ਉਸ ਦੀ ਕੁਰਸੀ ਮਲ ਕੇ ਬੈਠਾ ਹੈ। ਕਿਉਂਕਿ ਇੱਕ ਕੁਰਸੀ 'ਤੇ ਦੋ ਨਹੀਂ ਬੈਠ ਸਕਦੇ, ਜਾਂ ਮੈਂ ਦੋ ਨਾ ਸਮਾਏ ਹੈ, ਸਾਡੇ ਕਬੀਰ ਸਾਹਿਬ ਜੀ ਕਹਿੰਦੇ ਆ। ਜਿਸ ਬਰਤਨ ਵਿੱਚ ਪਹਿਲੇ ਹੀ ਬਹੁਤ ਕੁਛ ਭਰਿਆ ਹੋਇਆ ਹੈ, ਉਸ ਵਿੱਚ ਕੁਛ ਹੋਰ ਕਿੱਦਾਂ ਰੱਖਿਆ ਜਾ ਸਕਦਾ, ਕਿਸ ਤਰ੍ਹਾਂ ਪਾਇਆ ਜਾ ਸਕਦਾ। ਅਤੇ ਸਾਡੇ ਬਰਤਨ ਵਿੱਚ ਹੰਕਾਰ ਹੀ ਹੰਕਾਰ ਬੈਠਾ ਹੈ, ਇਸ ਹਿਰਦਿਆਂ ਵਿੱਚ, ਇਸ ਮਨ ਵਿੱਚ, ਕਦੀ ਖਾਲੀ ਹੁੰਦਾ ਹੀ ਨਹੀਂ। ਅਤੇ ਉਸ ਵਿੱਚ ਅੰਮ੍ਰਿਤ ਕਿਸ ਤਰ੍ਹਾਂ ਭਰ ਸਕਦਾ, ਉਸ ਵਿੱਚ ਸੱਚ ਕਿਸ ਤਰ੍ਹਾਂ ਸਮਾ ਸਕਦਾ। ਜਗ੍ਹਾ ਵੀ ਹੋਣੀ ਚਾਹੀਦੀ ਨਾ। ਅਤੇ ਅਸੀਂ ਜਿਸ ਤਰ੍ਹਾਂ ਦੇ ਅਸੀਂ ਖੁਦ ਹੁੰਦੇ ਹਾਂ, ਉਸੇ ਤਰ੍ਹਾਂ ਦਾ ਸਾਡਾ ਗੁਰੂ ਹੁੰਦਾ। ਜੋ ਤੁਹਾਡੇ ਕੋਲ ਹੁੰਦਾ ਹੈ ਉਹੀ ਤੁਸੀਂ ਬਣੋਗੇ। ਜਦ ਗੁਰੂ ਦੇ ਕੋਲ ਕੋਈ ਗਿਆਨ ਹੀ ਨਹੀਂ ਹੈਗਾ, ਤਾਂ ਉਹ ਕਿਸ ਤਰ੍ਹਾਂ ਦੂਸਰੇ ਨੂੰ ਗਿਆਨ ਬਣ ਸਕਦਾ। ਉਸ ਦੇ ਕੋਲ ਸੋਨਾ ਚਾਂਦੀ ਹੈ, ਫਿਰ ਉਸ 'ਤੇ ਹੀ ਰਾਗ ਗਾਉਂਦਾ ਪਿਆ, ਨੋਟਾਂ ਦੀਆਂ ਗੱਲਾਂ, ਮਹਿਲਾਂ ਦੀਆਂ ਗੱਲਾਂ। ਅਸੀਂ ਇੱਥੇ ਮਹਿਲ ਬਣਾ ਲਿਆ, ਉੱਥੇ ਅਸੀਂ ਆਹ ਕਰ ਲਿਆ, ਉੱਥੇ ਆਹ ਕਰ ਲਿਆ। ਫਿਰ ਉਸੇ ਤਰ੍ਹਾਂ ਦੀਆਂ ਗੱਲਾਂ ਹੀ ਉਹ ਦੂਸਰੇ ਨੂੰ ਦੇ ਸਕਦਾ, ਉਸ ਨਾਲ ਕਰ ਸਕਦਾ। ਗਿਆਨ ਦੀ ਗੱਲ ਕਿੱਥੋਂ ਕਰੇਗਾ ਜਦ ਹੈ ਹੀ ਨਹੀਂ ਗਿਆਨ। ਜਦ ਸਾਡਾ ਆਧਾਰ ਹੀ ਅਗਿਆਨਤਾ ਹੈ, ਸਾਡੀ ਨੀਂਹ ਹੀ ਅਗਿਆਨਤਾ ਹੈ, ਅਤੇ ਸਾਡਾ ਮਹਿਲ ਕਿਸ ਤਰ੍ਹਾਂ ਗਿਆਨ ਦਾ ਹੋ ਸਕਦਾ, ਸਾਡਾ ਘਰ ਕਿਸ ਤਰ੍ਹਾਂ ਗਿਆਨ ਦਾ ਬਣ ਸਕਦਾ। ਅਤੇ ਇਸੇ ਤਰ੍ਹਾਂ ਅੱਜ ਦੇ ਜਿਹੜੇ ਸ਼ਿਕਸ਼ਕ ਨੇ, ਗੁਰੂ ਨੇ, ਸਾਧੂ ਨੇ, ਉਹ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ। ਅਤੇ ਜਿਹੜਾ ਸ਼ਿਸ਼ਿਆ ਬਣ ਕੇ ਬੈਠਾ, ਆਪਣੇ ਆਪ ਨੂੰ ਸ਼ਿਸ਼ਿਆ ਸਮਝ ਕੇ ਬੈਠਾ, ਅਤੇ ਉਹ ਵੀ ਇਸੇ ਤਰ੍ਹਾਂ ਦੀਆਂ ਗੱਲ ਕਰਦਾ ਕਿ ਮੇਰੇ ਗੁਰੂ ਨੇ ਆਹ ਬਣਾ ਦਿੱਤਾ, ਮੇਰੇ ਗੁਰੂ ਨੇ ਮਹਿਲ ਖੜਾ ਕਰ ਦਿੱਤਾ, ਸੋਨੇ ਚਾਂਦੀ ਦਾ ਬਣਾ ਦਿੱਤਾ, ਦਰਵਾਜ਼ੇ, ਤਕੀਆਂ ਸੋਨੇ ਚਾਂਦੀ ਵਿੱਚ ਜੜ ਦਿੱਤੀਆਂ। ਇਹ ਇਸੇ ਤਰ੍ਹਾਂ ਹੈ ਜਿਸ ਤਰ੍ਹਾਂ ਇੱਕ ਇਨਸਾਨ ਸੋਨੇ ਚਾਂਦੀ ਦੀਆਂ ਚੀਜ਼ਾਂ ਇਕੱਠੀਆਂ ਕਰਦਾ, ਆਪਣਾ ਮਹਿਲ ਬਣਾਉਂਦਾ, ਆਪਣਾ ਘਰ ਬਣਾਉਂਦਾ, ਆਪਣਾ ਪਰਿਵਾਰ ਲਈ ਹੈ। ਇਸੇ ਤਰ੍ਹਾਂ ਫਿਰ ਇੱਕ ਸੰਤ ਗੁਰੂ ਵੀ ਤਾਂ ਇਹੀ ਕਰ ਰਿਹਾ। ਜਦਕਿ ਗੁਰੂ ਦਾ ਕੰਮ ਇਹ ਨਹੀਂ ਹੁੰਦਾ। ਇੱਥੇ ਤਾਂ ਇਹ ਵੀ ਆ ਕਿ ਘਰ ਦੇ ਜਿਹੜਾ ਮਹਿਲ ਬਣਾਉਂਦਾ, ਕੋਈ ਆਪਣਾ ਘਰ ਬਣਾਉਂਦਾ, ਸੋਨਾ ਚਾਂਦੀ ਪਾਉਂਦੇ ਆ ਜਾਂ ਕਰਦੇ, ਆਪਣੀ ਕਮਾਈ ਨਾ ਕਰਦਾ। ਪਰ ਗੁਰੂ ਤਾਂ ਉਹ ਵੀ ਨਹੀਂ ਕਰ ਰਿਹਾ। ਗੁਰੂ ਵੀ ਇੱਧਰ ਉੱਧਰੋਂ ਜਿਹੜਾ ਪੈਸਾ ਮਿਲ ਰਿਹਾ, ਆਪਣੀ ਕਮਾਈ ਨਾਲ ਨਹੀਂ, ਇੱਧਰ ਉੱਧਰੋਂ ਜਿਹੜਾ ਮਿਲ ਰਿਹਾ ਉਹਨਾਂ ਖੜਾ ਕਰਕੇ ਤੁਹਾਨੂੰ ਦਿਖਾ ਰਿਹਾ, ਔਰ ਉਹੀ ਪੈਸੇ ਨਾਲ ਦਿਖਾਵਾ ਕਰ ਰਿਹਾ, ਔਰ ਇਨਸਾਨ ਉਸੀ ਦਿਖਾਵੇ ਦੇ ਉੱਤੇ ਮਰੀ ਜਾ ਰਿਹਾ ਹੈ। ਔਰ ਆਮ ਇਨਸਾਨ ਉਸਦਾ ਹੀ ਰਾਗ ਗਾ ਰਿਹਾ ਕਿ ਮੇਰੇ ਗੁਰੂ ਨੇ ਆਹ ਬਣਾ ਦਿੱਤਾ, ਮੇਰੇ ਗੁਰੂ ਨੇ ਉਹ ਬਣਾ ਦਿੱਤਾ। ਗਿਆਨ ਨਹੀਂ ਦੇਖਦੇ ਗੁਰੂ ਕੋ ਹੈ ਕਿ ਨਹੀਂ ਹੈ, ਕਿ ਮੈਨੂੰ ਜਗਾਇਆ, ਮੈਂ ਹੋਸ਼ 'ਚ ਆਇਆ, ਮੈਂ ਇਸ ਤੋਂ ਬਾਹਰ ਨਿਕਲਿਆ ਇਸ ਮਾਇਆ ਤੋਂ ਜਾਂ ਨਹੀਂ। ਕਿਉਂਕਿ ਜਦ ਪਤਾ ਹੀ ਨਹੀਂ ਕਿ ਗੁਰੂ ਦਾ ਮਤਲਬ ਕੀ ਹੁੰਦਾ, ਧਰਮ ਦਾ ਮਤਲਬ ਕੀ ਹੁੰਦਾ। ਅਸੀਂ ਧਰਮ ਨੂੰ ਇਸ ਤਰ੍ਹਾਂ ਸੋਚ ਲਿਆ ਜਿਸ ਤਰ੍ਹਾਂ ਕਿ ਅਮੀਰ ਹੋਣਾ, ਸਾਡਾ ਧਰਮ ਅਮੀਰ ਹੋਵੇ, ਅਸੀਂ ਅਮੀਰ ਹੋਈਏ। ਨੋ, ਲਾਈਫ ਇਜ਼ ਕੰਪਲੀਟ। ਹੋਰ ਕੀ ਚਾਹੀਦਾ। ਨਿਆਣੇ ਬੱਚੇ ਹੋ ਗਏ ਆ, ਘਰ ਸਾਡਾ ਬੜਾ ਹੋ ਗਿਆ, ਸਾਡਾ ਧਾਰਮਿਕ ਘਰ ਵੀ ਬੜਾ ਹੋ ਗਿਆ ਹੈ, ਮੰਦਰ ਗੁਰਦੁਆਰਾ ਸਾਡਾ ਬੜਾ ਹੋ ਗਿਆ, ਸਾਡੇ ਭੀੜ ਇੰਨੀ ਵੱਧ ਗਈ। ਅਸੀਂ ਹੁਣ ਨੇਤਾਵਾਂ ਨਾਲ ਬੈਠਦੇ ਹਾਂ, ਅਸੀਂ ਹੁਣ ਬੜੇ ਬੜੇ ਸਾਡੇ ਮਹਿਲ ਹੋ ਗਏ ਨੇ। ਅਤੇ ਉਹ ਫਿਰ ਜਦੋਂ ਅਗਿਆਨਤਾ ਹੋਵੇ ਤਾਂ ਫਿਰ ਉਸਨੂੰ ਹੀ ਉਹ ਸੱਚ ਸਮਝ ਲੈਂਦੇ ਆ ਕਿ ਇਹੀ ਧਰਮ ਹੈ। ਜਦ ਕਿ ਧਰਮ ਇਹ ਸਭ ਤੋਂ ਉੱਪਰ ਉੱਠਣਾ ਹੈ। ਰੈਦਾਸ ਸਾਹਿਬ ਜੀ ਨੇ ਪਾਰਸ ਨੂੰ ਇਨਕਾਰ ਕਰ ਦਿੱਤਾ, ਝੌਂਪੜੀ 'ਚ ਹੀ ਰਹਿਣਾ ਸਵੀਕਾਰ ਕੀਤਾ, ਕਿਉਂਕਿ ਕਿਤੇ ਸਮਝ ਆ ਗਈ ਹੈ, ਬਹੁਤ ਗਹਿਰੀ ਸਮਝ ਆ ਗਈ ਹੈ ਕਿ ਆਤਮ ਗਿਆਨ ਦੇ ਮੂਹਰੇ ਕੁਝ ਵੀ ਨਹੀਂ ਹੈ। ਇਹ ਦੁਨੀਆ ਦੀ ਹਰ ਚੀਜ਼ ਬੇਕਾਰ ਲੱਗਣੀ ਸ਼ੁਰੂ ਹੋ ਜਾਂਦੀ ਹੈ। ਉਸਨੂੰ ਤੁਸੀਂ ਇਸਤੇਮਾਲ ਕਰੋਗੇ, ਕੋਈ ਰੋਕ ਨਹੀਂ ਰਿਹਾ ਇਸਤੇਮਾਲ ਕਰਨਾ, ਲੇਕਿਨ ਇਹ ਦੌੜ ਖਤਮ ਹੋ ਜਾਏਗੀ ਜਿਹੜੀ ਅੱਜ ਦੌੜ ਲੱਗੀ ਹੋਈ ਹੈ, ਜਿਸ ਲਈ ਇਨਸਾਨ ਮਰਿਆ ਜਾ ਰਿਹਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ, ਜਿਸ ਦੀ ਆਵਾਜ਼ ਸ਼ੋਰ ਮਚਾ ਰਿਹਾ ਹੈ। ਇਹ ਗਿਆਨਤਾ ਬਿਲਕੁਲ ਖਤਮ ਹੋ ਜਾਏਗੀ। ਇਸੇ ਨੂੰ ਸਾਡੇ ਕਬੀਰ ਸਾਹਿਬ ਜੀ ਕਹਿੰਦੇ ਨੇ, ਗੁਰੂ ਲਾਲਚੀ शिष्या लोभी, दोनों खेले दाव, दोनों बूढ़े पापरे चढ़े पाथर की नाव। कि दोने ही रल के एक दूसरे नाल दाव खेलते ने। गुरु लालची है, शिष्या लोभी है। ये दोने इसी तरह इस संसार रूपी माया दे विच पत्थर की नाव विच चढ़ जाते हैं, हंकार रूपी माया च। इसी तरह दोने मिल के पत्थर की नाव ते पार होना चाहते हैं, पर यह संभव नहीं है। ਤੁਸੀਂ ਸੋਚੋਗੇ ਕਿ ਆਮ ਸੰਸਾਰੀ ਨੂੰ ਤਾਂ ਚੀਜ਼ਾਂ ਪਾਉਣ ਦਾ ਲਾਲਚ ਹੈ, ਉਹ ਗੁਰੂ ਕੋ ਜਾਂਦਾ ਹੈ ਕਿ ਕੁਛ ਮੈਨੂੰ ਮਿਲੇ, ਆਸ਼ੀਰਵਾਦ ਮਿਲੇ, ਮੈਨੂੰ ਕੁਛ ਮਿਲ ਜਾਵੇ। ਅਸਲ ਵਿੱਚ ਹੁੰਦਾ ਨਹੀਂ ਇਸ ਤਰ੍ਹਾਂ। ਔਰ ਗੁਰੂ ਨੂੰ ਕੀ ਲਾਲਚ ਹੈ? ਗੁਰੂ
ਆਪਣੀ ਸ਼ਾਨ ਸ਼ੋਹਰਤ, ਆਪਣੀ ਜਾਤੀ, ਆਪਣੇ ਧਰਮ ਨੂੰ ਉੱਚਾ ਦਿਖਾਉਣਾ ਚਾਹੁੰਦਾ। ਇਹ ਸਭ ਤੋਂ ਵੱਡਾ ਹੰਕਾਰ ਆ। ਜਦ ਕਿ ਸਾਡੇ ਸੰਤਾਂ ਨੇ, ਸਾਡੇ ਸੂਫੀਆਂ ਨੇ ਇਸ ਜਾਤ ਨੂੰ, ਇਸ ਪਹਿਚਾਨਾਂ ਨੂੰ ਮਿਟਾਉਣ ਦੀ ਗੱਲ ਕੀਤੀ ਹੈ। ਔਰ ਤੁਸੀਂ ਫਿਰ ਬਿਲਕੁਲ ਉਸ ਦੇ ਵਿਪਰੀਤ ਗੱਲ ਕਰਦੇ ਹੋ। ਜਦ ਤੁਸੀਂ ਬੜੇ ਬੜੇ ਆਸ਼ਰਮ, ਬੜੇ ਬੜੇ ਭਵਨ ਖੜੇ ਕਰਦੇ ਹੋ ਔਰ ਉਸ ਨੂੰ ਫਿਰ ਸੋਨੇ ਚਾਂਦੀ 'ਚ ਜੜਦੇ ਹੋ, ਔਰ ਫਿਰ ਤੁਸੀਂ ਜਗ੍ਹਾ ਜਗ੍ਹਾ ਜਾ ਕੇ ਸਿਰਫ ਪੈਸਾ ਇਕੱਠਾ ਕਰਦੇ ਹੋ ਔਰ ਗਿਆਨ ਨਹੀਂ ਕਿਸੇ ਨੂੰ ਦਿੰਦੇ। ਇਹ ਸਭ ਤੋਂ ਵੱਡਾ ਹੰਕਾਰ ਆ ਦਿਖਦਾ। ਅਤੇ ਇਹ ਸਭ ਤੋਂ ਬੜਾ ਲਾਲਚ ਹੈ, ਇਹ ਸਭ ਤੋਂ ਵੱਡੀ ਮਾਇਆ ਹੈ। ਸਾਡੇ ਸੰਤਾਂ ਨੇ ਕਿਹਾ ਸਿਰਫ ਪਾਵਰੇ ਕੱਪੜੇ ਪਾ ਕੇ ਜਾਂ ਸਫੇਦ ਕੱਪੜੇ ਪਾ ਕੇ ਕਿਤੇ ਬੈਠ ਜਾਣੇ ਨਾ ਹੀ ਤੁਸੀਂ ਗੁਰੂ ਨਹੀਂ ਹੋ ਜਾਂਦੇ। ਗੁਰੂ ਇਹਨਾਂ ਦਾਇਰਿਆਂ ਤੋਂ, ਇਹਨਾਂ ਸਮਾਜਿਕ ਬੰਧਨਾਂ ਤੋਂ, ਇਹਨਾਂ ਜਾਤ ਤੋਂ, ਪਾਤ ਤੋਂ, ਇਹਨਾਂ ਊਚ ਨੀਚ ਤੋਂ, ਸੋਨੇ ਚਾਂਦੀ ਤੋਂ, ਇਹਨਾਂ ਦੇ ਬੜੇ ਬੜੇ ਭਵਨਾਂ ਖੜੇ ਕਰਨ ਤੋਂ ਦਿਖਾਵੇ ਦੀ ਦੁਨੀਆ ਤੋਂ ਬਾਹਰ ਆ ਜਾਂਦਾ ਹੈ। ਫਿਰ ਉਹ ਦੁਨੀਆ ਨੂੰ ਬਦਲਣਾ ਚਾਹੁੰਦਾ ਹੈ ਔਰ ਦੁਨੀਆ ਨੂੰ ਦੱਸਣਾ ਚਾਹੁੰਦਾ ਹੈ ਕਿ ਇਹ ਚੀਜ਼ਾਂ ਕਿੰਨੀਆਂ ਵਿਅਰਥ ਨੇ। ਪਰ ਜੇ ਗੁਰੂ ਖੁਦ ਹੀ ਇਹਨਾਂ ਚੀਜ਼ਾਂ 'ਚ ਦਿਨ ਰਾਤ ਲੱਗਾ ਹੋਵੇ, ਦੌੜ ਲੱਗੀ ਹੋਵੇ ਕਿ ਪੈਸੇ ਇਕੱਠੇ ਕਰਕੇ ਜਗ੍ਹਾ ਜਗ੍ਹਾ 'ਤੇ ਜਾ ਕੇ ਘੁੰਮ ਕੇ ਇਕੱਠੇ ਕਰੇ, ਅਤੇ ਫਿਰ ਉਹ ਕਿਸ ਤਰ੍ਹਾਂ ਲੋਭ ਤੋਂ, ਲਾਲਚ ਤੋਂ ਰਹਿਤ ਹੋ ਸਕਦਾ ਗੁਰੂ। ਇਸ ਤਰ੍ਹਾਂ ਤੁਸੀਂ ਪਰਖ ਕਰ ਸਕਦੇ। ਇੱਕ ਜਾਗਿਆ ਹੋਇਆ ਇਨਸਾਨ ਕਦੀ ਨਹੀਂ ਕਹੇਗਾ ਕਿ ਮੇਰੇ ਗਲ ਵਿੱਚ ਸੋਨੇ ਦੇ ਜਾਂ ਚਾਂਦੀ ਦੀ ਕੋਈ ਚੀਜ਼ ਪਾ, ਜਾਂ ਕੋਈ ਮੈਨੂੰ ਨੋਟਾਂ ਦੇ ਹਾਰ ਦੇ। ਦੇਣ ਦੀ ਵੀ ਗੱਲ ਨਹੀਂ, ਮੰਗਣ ਦੀ ਗੱਲ ਨਹੀਂ। ਜਦ ਕੋਈ ਪਾਏਗਾ ਤਾਂ ਉਹ ਇਨਕਾਰ ਕਰ ਦੇਗਾ। ਇੰਨਾ ਜਾਗਿਆ ਹੋਇਆ ਉਹ ਇਨਸਾਨ ਹੁੰਦਾ। ਜਿਸ ਤਰ੍ਹਾਂ ਰੈਦਾਸ ਸਾਹਿਬ ਜੀ ਨੇ ਪਾਰਸ ਨੂੰ ਛੂਹਿਆ ਤੱਕ ਨਹੀਂ, ਉਹਦੇ ਘਰ ਵਿੱਚ ਵੀ ਛੱਡ ਗਏ ਪਰ ਛੂਹਿਆ ਤੱਕ ਨਹੀਂ। ਇੰਨੀ ਸਮਝ ਹੈ, ਇੰਨੀ ਪਰਖ ਹੋ ਜਾਂਦੀ ਹੈ। ਪਰ ਜਿਹੜਾ ਇੱਕ ਅਸਲੀ ਗੁਰੂ ਹੁੰਦਾ ਹੈ ਉਹ ਇਸ ਤਰ੍ਹਾਂ ਦਾ ਆਸ਼ੀਰਵਾਦ ਦਿੰਦਾ ਹੈ ਕਿ ਤੁਹਾਨੂੰ ਮਿਟਾ ਦਿੰਦਾ ਹੈ। ਇਸ ਨੂੰ ਮਰਨਾ ਕਿਹਾ ਸਾਡੇ ਗੁਰੂਆਂ ਨੇ। ਇੰਨੀ ਸਮਝ ਦੇ ਦਿੰਦਾ ਗਿਆਨ ਨਾਲ ਕਿ ਤੈਨੂੰ ਮਿਟਾ ਦਿੰਦਾ ਹੈ, ਤੁਹਾਡੀਆਂ ਪਹਿਚਾਨਾਂ ਨੂੰ ਮਿਟਾ ਦਿੰਦਾ ਹੈ। ਔਰ ਅਸਲੀ ਪਹਿਚਾਨ ਇੱਕ ਰਹਿ ਜਾਂਦੀ ਸੱਚ ਦੀ, ਪਰਮਾਤਮਾ ਦੀ, ਜਿਹੜੀ ਸੱਚ ਤੁਸੀਂ ਆਤਮ ਸਰੂਪ ਹੋ ਜਾਂਦੇ ਹੋ। ਇਹਨਾਂ ਪਹਿਚਾਨਾਂ ਤੋਂ ਮਿਟਾ ਦਿੰਦਾ। ਪਰ ਜੇ ਗੁਰੂ ਖੁਦ ਹੀ ਇਹਨਾਂ ਪਹਿਚਾਨਾਂ ਦੇ ਵਿੱਚ ਫਸਿਆ ਹੋਵੇ ਤਾਂ ਉਹ ਕਿਸ ਤਰ੍ਹਾਂ ਤੁਹਾਨੂੰ ਪਾਰ ਲਗਾ ਸਕਦਾ। ਔਰ ਸੱਚਾ ਗੁਰੂ ਉਹ ਆ ਜਿਹੜਾ ਸ਼ਿਸ਼ਿਆਂ ਨੂੰ ਬਦਲ ਕੇ ਰੱਖ ਦੇਵੇ। ਉਸਦੀ ਸੋਚ, ਉਸਦਾ ਦੇਖਣ ਦਾ ਨਜ਼ਰੀਆ, ਉਸਦਾ ਪਹਿਰਾਵਾ, ਉਸਦਾ ਦੇਖਣਾ, ਉਸਦਾ ਖਾਣਾ ਪੀਣਾ ਸਭ ਕੁਝ ਬਦਲ ਜਾਵੇ। ਉਸਦਾ ਅੰਤःਕਰਨ ਇੱਕਦਮ ਪਰਿਵਰਤਨ ਹੋ ਜਾਵੇ। ਦੀ ਸੋਚ, ਇਸ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਬਦਲ ਜਾਵੇ। ਉਹ ਹੁੰਦਾ ਅਸਲੀ ਗੁਰੂ ਜੋ ਗਿਆਨ ਨਾਲ ਤੁਹਾਨੂੰ ਧੋ ਦੇਵੇ। ਸਾਹਿਬ ਕਹਿੰਦੇ ਨੇ ਅੰਧਾ ਅੰਧੇ ਨੂੰ ਕਿਸ ਤਰ੍ਹਾਂ ਪਾਰ ਕਰ ਦੇਗਾ। ਅੰਧਾ ਅੰਧੇ ਨੂੰ ਚੁੱਕੀ ਫਿਰਦਾ ਹੈ ਸਿਰ 'ਤੇ ਕਿ ਇਹ ਮੇਰਾ ਗੁਰੂ ਹੈ, ਅਤੇ ਗੁਰੂ ਕਹਿ ਰਿਹਾ ਕਿ ਮੇਰੇ ਸ਼ਿਸ਼। ਜਦੋਂ ਰਾਤ ਖਾਣ ਵਾਲਾ ਹੀ ਅੰਨਾ ਹੋਵੇ ਅਤੇ ਜਿਹੜੀ ਉਹਦੇ ਪਿੱਛੇ ਭੀੜ ਚੱਲਦੀ ਆ ਉਹ ਵੀ ਤਾਂ ਅੰਨੀ ਹੋਈ। ਇੱਕ ਅੰਧਾ ਦੂਸਰੇ ਅੰਧੇ ਨੂੰ ਧਕੇਲ ਰਿਹਾ ਹੈ ਖੂਹ ਦੀ ਤਰਫ, ਜਿਸ ਨੂੰ ਤੁਸੀਂ ਆਪਣੀ ਤਾਕਤ ਸਮਝ ਰਹੇ ਹੋ, ਜਿਸ ਨੂੰ ਤੁਸੀਂ ਭੀੜ ਸਮਝ ਰਹੇ ਹੋ, ਅਸਲ ਵਿੱਚ ਤੁਹਾਨੂੰ ਤੁਹਾਡੇ ਤੋਂ ਹੀ ਦੂਰ ਕਰ ਰਿਹਾ। ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਾਂਗੀ ਕਿ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਆਪਣੇ ਸੰਤਾਂ, ਸੂਫੀਆਂ ਨਾਲ, ਰਿਸ਼ੀਆਂ ਨਾਲ ਬਹੁਤ ਵੱਡੀ ਨਾਇੰਸਾਫੀ ਕਰ ਰਹੇ ਹਾਂ। ਪਰ ਮੈਂ ਸਵਾਲ ਵੀ ਕਿਸ ਨੂੰ ਪੁੱਛ ਰਹੀ ਹਾਂ? ਜੋ ਖੁਦ ਬੇਹੋਸ਼ ਹੈ। ਜੇ ਬੇਹੋਸ਼ ਨਾ ਹੁੰਦੇ ਤਾਂ ਕਦੇ ਗਲਤ ਦੇ ਨਾਲ ਨਾ ਖੜਦੇ, ਜਾਤੀਆਂ ਦੇ ਢੋਲ ਨਗਾੜੇ ਨਾ ਵਜਾਉਂਦੇ, ਨਾਅਰੇਬਾਜ਼ੀ ਨਾ ਕਿਤੇ ਕਰਦੇ ਹੁੰਦੇ। ਅੱਜ ਉਹਨਾਂ ਦਾ ਗਿਆਨ ਸਾਡੇ ਜੀਵਨ ਵਿੱਚ ਕਿਤੇ ਵੀ ਨਹੀਂ ਝਲਕਦਾ। ਸਿਰਫ ਸ਼ੋਰ ਸ਼ਰਾਬਾ, ਨਫ਼ਰਤ, ਕ੍ਰੋਧ, ਹੰਕਾਰ ਔਰ ਧਾਰਮਿਕਤਾ ਦੇ ਨਾਂ 'ਤੇ ਜੋ ਅਸੀਂ ਕਰ ਰਹੇ ਹਾਂ, ਇਹ ਸਿਰਫ ਅਗਿਆਨਤਾ ਹੈ। ਉਹਨਾਂ ਦੇ ਗਿਆਨ ਤੋਂ ਕੋਸਾਂ ਦੂਰ। ਔਰ ਧਰਮ ਦਾ ਮਤਲਬ ਹੈ ਸ਼ਾਂਤੀ, ਮੁਕਤੀ, ਸ਼ੂਨਿਆ ਹੋ ਜਾਣਾ। ਸਾਡੇ ਬੁੱਧ ਸ਼ੂਨਿਆ ਦੀ ਗੱਲ ਕਰਦੇ ਆ। ਵਾਪਸ ਆਪਣੇ ਕੇਂਦਰ 'ਤੇ ਆ ਜਾਣਾ, ਵਾਪਸ ਉਸ ਸ਼ੂਨਿਆ 'ਚ ਸਮਾ ਜਾਣਾ। ਅਸੀਂ ਬਹੁਤ ਕੁਝ ਬਣ ਕੇ ਬੈਠੇ ਹਾਂ, ਉਸ ਨੂੰ ਮਿਟਾ ਕੇ ਸ਼ੂਨਿਆ ਵਿੱਚ ਸਮਾ ਜਾਣਾ। ਉਸ ਦੀ ਗੱਲ ਕਰਦੇ ਪਏ ਨੇ ਸਾਰੇ ਸਾਡੇ ਸੰਤ, ਸਾਰੀ ਦੁਨੀਆ ਦੇ ਸੰਤ ਕਰਦੇ ਪਏ ਨੇ, ਸਿਰਫ ਇੰਡੀਆ ਦੇ ਹੀ ਨਹੀਂ। ਦੁਨੀਆ ਦਾ ਸਭ ਤੋਂ ਵੱਡਾ ਪਾਪ ਪਤਾ ਕੀ ਆ? ਇੱਕ ਆਤਮ ਗਿਆਨੀ ਦੇ ਸ਼ੁੱਧ ਗਿਆਨ ਨੂੰ ਆਪਣੇ ਝੂਠ ਦੇ ਰੰਗ ਵਿੱਚ ਰੰਗ ਲੈਣਾ। ਜਿਸ ਤਰ੍ਹਾਂ ਕਿਸੇ ਡਾਕਟਰ ਦਾ ਕੀਮਤੀ ਡਿਪਲੋਮਾ ਰੱਦੀ ਸਮਝ ਕੇ ਕੋਈ ਆਪਣੇ ਲਾਭ ਲਈ ਵੇਚ ਦੇਵੇ, ਸੋਚੋ ਉਸ ਡਾਕਟਰ ਦੀ ਕੀ ਗੁਜ਼ਰੇਗੀ।
ਉਹਨਾਂ ਨੇ ਆਪਣਾ ਖੂਨ ਪਸੀਨਾ ਬਹਾਇਆ ਇਸ ਆਤਮ ਗਿਆਨ ਲਈ, ਔਰ ਅਸੀਂ ਉਸ ਨੂੰ ਆਪਣੀਆਂ ਤਜੋਰੀਆਂ ਭਰਨੇ ਲਈ ਜ਼ਰੀਆ ਬਣਾ ਲਿਆ। ਆਪਣੀ ਮੈਂ ਮੇਰੀ ਨੂੰ ਉੱਚਾ ਕਰਨ ਲਈ ਇਸ ਨੂੰ ਇਸਤੇਮਾਲ ਕੀਤਾ, ਆਪਣੀ ਮੈਂ ਮੇਰੀ ਨੂੰ ਉੱਚਾ ਦਿਖਾਉਣ ਲਈ ਇਸਤੇਮਾਲ ਕੀਤਾ, ਜਦਕਿ ਉਹੀ ਆਪਣੀ ਬਾਣੀ ਵਿੱਚ ਇਸ ਮੈਂ ਨੂੰ ਮਾਰਨੇ ਦੀ ਗੱਲ ਕਰਦੇ ਪਏ ਨੇ। ਸਾਡੇ 'ਚ ਹਿੰਮਤ ਨਹੀਂ ਉਸ ਗਿਆਨ 'ਤੇ ਖਰੇ ਉਤਰਨੇ ਦੀ, ਅਤੇ ਫਿਰ ਅਸੀਂ ਸ਼ੋਰ ਮਚਾਉਂਦੇ ਹਾਂ, ਢੰਡੋਰੇ ਪਿੱਟਦੇ ਹਾਂ ਦਿਖਾਵੇ ਦੇ। ਅੱਜ ਤੇ ਗੁਰੂਆਂ ਦੇ ਕੋਲ ਅਧਿਆਤਮ ਦੀ ਕੋਈ ਵੀ ਗੱਲ ਨਹੀਂ ਹੈ, ਆਤਮ ਗਿਆਨ ਦੀ ਕੋਈ ਗੱਲ ਨਹੀਂ ਹੈ। ਆਤਮ ਗਿਆਨ ਤੋਂ ਬਿਨਾਂ ਇਨਸਾਨ ਹੋ ਕੇ ਵੀ ਇਨਸਾਨ ਨਹੀਂ ਹੈ, ਜਾਨਵਰ ਹੈ। ਆਤਮ ਗਿਆਨ ਤੋਂ ਬਿਨਾਂ ਇਨਸਾਨ ਔਰ ਜਾਨਵਰ ਦੇ ਵਿੱਚ ਕੋਈ ਫਰਕ ਨਹੀਂ ਹੈ। ਧਰਮ ਦੇ ਇਹ ਠੇਕੇਦਾਰਾਂ ਨੇ ਤੁਹਾਨੂੰ ਤਬਾਹ ਕਰ ਦਿੱਤਾ। ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਸੰਭਵ ਨਹੀਂ ਹੈ, ਜਾਂ ਤਾਂ ਤੁਸੀਂ ਆਤਮ ਗਿਆਨੀ ਹੋ ਜਾਓ ਜਾਂ ਤੁਸੀਂ ਅਗਿਆਨੀ ਹੋ ਜਾਓ। ਜੇ ਤੁਸੀਂ ਕਹੋ ਕਿ ਅਸੀਂ ਇਹ ਕੰਮ ਵੀ ਕਰਦੇ ਪਏ ਹਾਂ, ਢੰਡੋਰੇ ਵੀ ਪਿੱਟਦੇ ਪਏ ਹਾਂ ਆਪਣੀ ਜਾਤੀ ਦੇ, ਆਪਣੇ ਧਰਮ ਦੇ, ਔਰ ਅਸੀਂ ਧਾਰਮਿਕ ਵੀ ਹਾਂ, ਅਸੀਂ ਆਤਮ ਗਿਆਨੀ ਵੀ ਹਾਂ, ਇਹ ਹੋ ਨਹੀਂ ਸਕਦਾ। ਤੁਸੀਂ ਦੁਨੀਆ ਨੂੰ ਮੂਰਖ ਬਣਾ ਸਕਦੇ ਹੋ, ਪਰ ਇੱਕ ਆਤਮ ਗਿਆਨੀਆਂ ਦੀਆਂ ਅੱਖਾਂ ਵਿੱਚੋਂ ਬਚ ਕੇ ਨਿਕਲਣਾ ਨਾਮੁਮਕਿਨ ਹੈ। ਉਸ ਨੂੰ ਧੋਖਾ ਦੇਣਾ ਸੰਭਵ ਨਹੀਂ ਹੈ। ਉਹ ਦੇਖ ਲੈਂਦਾ ਹੈ ਕੀ ਸੋਨਾ ਹੈ, ਕੀ ਮਿੱਟੀ ਹੈ। ਜੋ ਕੋਈ ਅੰਦਰ ਬੋਲੇ ਚਾਲੇ ਜਾਤ ਅਸਾਡੀ ਸੋਈ, ਜੋ ਕੋਈ ਅੰਦਰ ਬੋਲੇ ਚਾਲੇ ਜਾਤ ਅਸਾਡੀ ਹੋਈ, ਜਿਸ ਦੇ ਨਾਲ ਮੈਂ ਨੇਹੂ ਲਾਇਆ ਇਹੋ ਜਿਹੀ ਮੈਂ ਹੋਈ, ਕੀ ਜਾਣਾ ਮੈਂ ਕੌਣ। ਬਾਬਾ ਬੁੱਲੇ ਸ਼ਾਹ ਕਹਿੰਦੇ ਆ, ਜੋ ਸਾਡੇ ਅੰਦਰ ਬੋਲਦਾ ਹੈ ਉਹੀ ਸਾਡੀ ਜਾਤ ਹੈ, ਅਤੇ ਉਹੋ ਜਿਹੀ ਮੈਂ ਹੋ ਗਈ, ਜਿਸ ਦੇ ਨਾਲ ਮੈਂ ਜੁੜ ਗਈ ਉਹੋ ਜਿਹੀ ਹੋ ਗਈ। ਕੀ ਜਾਣਾ ਮੈਂ ਕੌਣ, ਕਿ ਮੈਂ ਕੀ ਜਾਣਾ ਮੈਂ ਕੌਣ। ਪਤਾ ਦੇਹ ਨੂੰ ਹੀ ਸੱਚ ਸਮਝ ਕੇ ਬੈਠਾ ਹਾਂ ਅਸੀਂ, ਪਰ ਜਦੋਂ ਪਤਾ ਚੱਲਿਆ ਕਿ ਮੈਂ ਤਾਂ ਖੁਦ ਨੂੰ ਵੀ ਨਹੀਂ ਸੀ ਜਾਣਦਾ ਵੀ ਮੈਂ ਕੌਣ ਹਾਂ। ਜਦੋਂ ਇਹ ਰਾਜ ਖੁੱਲ੍ਹਦੇ ਆ, ਫਿਰ ਇਨਸਾਨ ਹੱਕਾ ਬੱਕਾ ਰਹਿ ਜਾਂਦਾ ਕਿ ਮੈਂ ਜੋ ਸਮਝਦਾ ਸੀ ਮੈਂ ਤਾਂ ਉਹ ਹੈ ਹੀ ਨਹੀਂ। ਕਿ ਜੋ ਸਾਡਾ ਅੰਦਰ ਬੋਲਦਾ ਚੱਲਦਾ ਹੈ, ਸਾਡੀ ਤਾਂ ਜਾਤ ਹੀ ਉਹੀ ਹੈ, ਸੱਚ ਹੀ ਉਹੀ ਹੈ। ਅਸੀਂ ਤਾਂ ਇਸ ਦੇਹ ਨੂੰ ਹੀ ਸੱਚ ਸਮਝ ਕੇ ਬੈਠ ਕੇ ਰਹੇ ਕਿ ਜੋ ਬੁੱਲਾ ਹੈ ਬਣਿਆ ਫਿਰਦਾ, ਕਿ ਉਹੀ ਹੈ, ਕਿ ਜਿਸ ਦੇ ਨਾਲ ਮੈਂ ਆਪਣੀ ਲੋਹ ਲਾ ਲਈ ਹੈ, ਜਿਸ ਦੇ ਪਿੱਛੇ ਮੈਂ ਲੱਗ ਗਿਆ ਉਹੋ ਜਿਹਾ ਫਿਰ ਮੈਂ ਹੋ ਗਿਆ। ਪਰ ਦੁਨੀਆ ਦੂਸਰਿਆਂ ਦੇ ਪਿੱਛੇ ਜਦੋਂ ਲੱਗ ਜਾਂਦੀ ਹੈ ਨਾ, ਹੰਕਾਰੀਆਂ ਦੇ ਪਿੱਛੇ ਮਗਰ ਲੱਗ ਜਾਂਦੀ, ਸਪੀਡ ਦੇ ਵਿੱਚ ਲੱਗ ਜਾਂਦੀ ਹੈ, ਅਤੇ ਫਿਰ ਭੀੜ ਵਰਗੀ ਹੋ ਜਾਂਦੀ ਹੈ, ਮਾਇਆ ਵਰਗੀ ਹੋ ਜਾਂਦੀ ਹੈ, ਫਿਰ ਇਸ ਦੌੜ ਦੇ ਵਿੱਚ ਚੱਲਦੀ ਹੈ। ਔਰ ਜਦੋਂ ਤੁਸੀਂ ਆਪਣੇ ਅੰਦਰ ਵਾਲੇ ਨਾਲ ਜੁੜ ਜਾਂਦੇ ਆ, ਜਿਸ ਤਰ੍ਹਾਂ ਬਾਬਾ ਬੁੱਲੇ ਸ਼ਾਹ ਕਹਿੰਦੇ ਕਿ ਫਿਰ ਮੈਂ ਉਸੇ ਵਰਗੀ ਹੋ ਗਈ ਜਿਸ ਨਾਲ ਮੈਂ ਨੇ ਲਾ ਲਿਆ, ਜਿਸ ਨਾਲ ਮੇਰਾ ਪ੍ਰੇਮ ਪੈ ਗਿਆ। ਜਦੋਂ ਸੰਸਾਰ ਨਾਲ ਪ੍ਰੇਮ ਪੈ ਜਾਂਦਾ, ਬਾਹਰਲੀਆਂ ਦੇਹਾਂ ਨਾਲ ਹੈ, ਦੇਹਾਂ ਨੂੰ ਤੁਸੀਂ ਗੁਰੂ ਬਣਾ ਲੈਂਦੇ ਹੋ, ਕਿਸੇ ਜਾਤ ਨੂੰ ਆਪਣਾ ਬਹੁਤ ਨਿੱਜੀ ਬਣਾ ਲੈਂਦੇ ਹੋ, ਆਪਣੇ ਧਰਮ ਨੂੰ ਬਹੁਤ ਨਿੱਜੀ ਬਣਾ ਲੈਂਦੇ ਆ, ਕਿਉਂਕਿ ਉਹਨਾਂ ਇਨਸਾਨਾਂ ਨੂੰ ਬਹੁਤ ਦੁੱਖ ਲੱਗਦਾ ਜੇ ਕੋਈ ਕਵੇ ਉਹਨਾਂ ਨੂੰ ਅਸਲੀ ਪਰਿਭਾਸ਼ਾ ਸਮਝਾਵੇ ਕਿ ਗੁਰੂ ਕੀ ਹੁੰਦਾ ਹੈ, ਧਰਮ ਕੀ ਹੁੰਦਾ ਹੈ, ਅਸਲੀ ਬੰਦਗੀ ਕੀ ਹੁੰਦੀ ਹੈ, ਅਸਲੀ ਭਗਤੀ ਕੀ ਹੁੰਦੀ, ਤਾਂ ਉਹਨਾਂ ਨੂੰ ਬੜਾ ਦੁੱਖ ਲੱਗਦਾ। ਅਤੇ ਸਾਡੇ ਬਾਬਾ ਬੁੱਲੇ ਸ਼ਾਹ ਕਹਿੰਦੇ ਕਿ ਜਿਸ ਨਾਲ ਤੂੰ ਲਾਲਨ ਨਾ ਫਿਰ ਉਸੇ ਵਰਗਾ ਹੋ ਜਾਂਦਾ। ਜੇ ਤੂੰ ਇਸ ਬਾਹਰ ਨੂੰ ਹੀ ਸੱਚ ਸਮਝ ਲਏਗਾ ਅਤੇ ਫਿਰ ਤੂੰ ਇਸੇ ਤਰ੍ਹਾਂ ਦਾ ਹੋ ਜਾਏਗਾ, ਇਸੇ ਦੌੜ 'ਚ ਨੱਠੇਗਾ, ਇਸੇ ਭੀੜ ਦੇ ਵਿੱਚ ਗੁੰਮ ਹੋ ਜਾਏਗਾ। ਔਰ ਜੇ ਤੂੰ ਉਸ ਸੱਚ ਨਾਲ ਪ੍ਰੇਮ ਪਾ ਲਏਗਾ ਅਤੇ ਉਹਦੇ ਵਰਗਾ ਹੋ ਜਾਏਗਾ। ਤਾਂ ਹੀ ਕਹਿੰਦੇ ਬੁੱਲਾ ਕੀ ਜਾਣਾ ਮੈਂ ਕੌਣ, ਕਿ ਤੁਸੀਂ ਜਾਣਦੇ ਹੀ ਨਹੀਂ ਤੁਸੀਂ ਕੀ ਹੋ। ਅਸਲ ਵਿੱਚ ਇਨਸਾਨ ਜਾਣਦਾ ਹੀ ਨਹੀਂ ਆਪਣੇ ਆਪ ਨੂੰ ਕਿ ਮੈਂ ਕੌਣ ਹਾਂ, ਮੈਂ ਕੀ ਹਾਂ। ਜਦੋਂ ਇਹ ਰਾਜ ਖੁੱਲ੍ਹਦੇ ਆ ਤਾਂ ਜਾ ਕੇ ਪਤਾ ਲੱਗਦਾ, ਨਹੀਂ ਤਾਂ ਇਸ ਭੀੜ ਨੂੰ ਹੀ ਧਰਮ ਮੰਨ ਕੇ ਭੀੜ ਦੇ ਪਿੱਛੇ ਹੀ ਉਹ ਨਿਕਲਦਾ ਹੈ। ਫਿਰ ਸਾਡੇ ਬਾਬਾ ਬੁੱਲੇ ਸ਼ਾਹ ਕਹਿੰਦੇ ਨੇ, ਚਿੱਟੀ ਚਾਦਰ ਲਾ ਸੁੱਟ ਕੁੜੀਏ ਪਹਿਨ ਫਕੀਰਾਂ ਦੀ ਲੋਈ, ਚਿੱਟੀ ਚਾਦਰ ਨੂੰ ਦਾਗ ਲੱਗਣਗੇ ਲੋਈ ਨੂੰ ਦਾਗ ਨਾ ਕੋਈ, ਕੀ ਜਾਣਾ ਮੈਂ ਕੌਣ। ਕਿੰਨੀਆਂ ਗਹਿਰੀਆਂ ਗੱਲਾਂ ਉਹ ਸਾਨੂੰ ਸਮਝਾ ਰਹੇ ਨੇ ਇਸ ਲਹਿ ਵਿੱਚ, ਇਸ ਗੀਤ ਦੇ ਜ਼ਰੀਏ, ਇਸ ਦੋਹੇ ਦੇ ਜ਼ਰੀਏ। ਚਿੱਟੀ ਚਾਦਰ ਲਾ ਸੁੱਟ ਕੁੜੀਏ ਪਹਿਨ ਫਕੀਰਾਂ ਦੀ ਲੋਈ, ਕਿ ਜਿਹੜੀ ਤੂੰ ਸੰਸਾਰ ਰੂਪੀ ਚਾਦਰ ਪਹਿਨ ਕੇ ਫਿਰਦੀ ਪਈ ਹੈ, ਜਿਹੜੀ ਸੰਸਾਰ ਨੇ ਤੈਨੂੰ ਪਹਿਨਾ ਦਿੱਤੀ ਹੈ,
ਉਸ 'ਤੇ ਤੂੰ ਲੱਖਾਂ ਹੀ ਦਾਗ ਤੈਨੂੰ ਨਜ਼ਰ ਆਉਂਦੇ ਨੇ। ਜਦੋਂ ਤੂੰ ਕਿਸੇ ਦੇ ਅਕੋਰਡਿੰਗ ਨਹੀਂ ਚੱਲਦੀ ਫਿਰ ਦਾਗ ਲੱਗ ਜਾਂਦਾ। ਜਦੋਂ ਤੁਸੀਂ ਝੂਠ ਦੇ ਨਾਲ ਹਾਂ ਨਾ ਹਾਂ ਨਹੀਂ ਮਿਲਾਉਂਦੇ ਅਤੇ ਫਿਰ ਉਹ ਤੁਹਾਡੇ 'ਤੇ ਦਾਗ ਲਾਉਂਦਾ। ਦੇਖਿਆ ਨਹੀਂ ਦੁਨੀਆ ਕਿਸ ਤਰ੍ਹਾਂ ਤੁਹਾਨੂੰ ਬਦਨਾਮ ਕਰਦੀ ਹੈ। ਇੱਕ ਸੰਤ ਨੂੰ ਸੂਫੀ ਨੂੰ ਕਿਸ ਤਰ੍ਹਾਂ ਤੁਸੀਂ ਦੇਖਿਆ ਇਤਿਹਾਸ ਵਿੱਚ ਕਿਸ ਤਰ੍ਹਾਂ ਉਹਨਾਂ ਨਾਲ ਕੀਤੀ ਹੈ। ਜਿਸ ਤਰ੍ਹਾਂ ਮੀਰਾਬਾਈ ਵੀ ਕਹਿੰਦੀ ਹੈ, ਮੈਂ ਆਪਣੇ ਆਪ ਨਾਲ ਹੀ ਗੱਲਾਂ ਕਰਕੇ ਬਦਨਾਮ ਹੋ ਗਏ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਐਵੇਂ ਨਹੀਂ ਕਹੀਆਂ। ਜਦੋਂ ਸਮਝ ਆਉਂਦੀਆਂ ਫਿਰ ਉਹਨਾਂ ਦੀਆਂ ਗੱਲਾਂ ਵੀ ਇਹ ਸਮਝ ਆਉਂਦੀਆਂ ਕਿ ਮੈਂ ਆਪਣੇ ਆਪ ਨਾਲ ਹੀ ਗੱਲਾਂ ਕਰਕੇ, ਆਪਣੇ ਆਪ ਨਾਲ ਹੀ ਪਿਆਰ ਕਰਕੇ ਬਦਨਾਮ ਹੋ ਗਈ ਇਸ ਦੁਨੀਆ ਦੇ ਵਿੱਚ। ਉਸਦੇ ਘਰ ਦੇ ਉਸਨੂੰ ਕਬੂਲ ਨਹੀਂ ਸੀ ਕਰਦੇ। ਕਹਿੰਦੇ ਸੀ ਤੂੰ ਕਿਸ ਤਰ੍ਹਾਂ ਹੈ ਕਰਦੀ ਪਈ ਹੈ, ਕਿਹਦੇ ਪਿਆਰ 'ਚ ਪੈ ਗਈ ਹੈ, ਅਤੇ ਮੈਂ ਤੇਰਾ ਪਤੀ ਹਾਂ ਹੈ, ਅਤੇ ਤੂੰ ਆਪਣਾ ਉਸਦਾ ਪਤੀ ਉਸਨੂੰ ਕਹਿੰਦਾ ਸੀ। ਬਰਦਾਸ਼ਤ ਨਹੀਂ ਹੁੰਦਾ ਕਿ ਕੋਈ ਸੱਚ ਦੇ ਪ੍ਰੇਮ 'ਚ ਪੈ ਜਾਵੇ। ਔਰ ਸਮਝਾਉਣਾ ਮੂਰਖ ਨੂੰ ਬਹੁਤ ਮੁਸ਼ਕਿਲ ਹੈ। ਇਸ ਮੂਰਖ ਦੁਨੀਆ ਨੂੰ ਸਮਝਾਉਣਾ ਬੜਾ ਮੁਸ਼ਕਿਲ ਹੈ। ਉਸ ਸੱਚੇ ਪਿਆਰ ਦੀ ਵਿਆਖਿਆ ਕਰਨਾ ਬੜਾ ਮੁਸ਼ਕਿਲ ਹੈ, ਬੜਾ ਮੁਸ਼ਕਿਲ ਹੈ ਕਿ ਉਹ ਸ਼ਬਦ 'ਚ ਪਰੋਇਆ ਨਹੀਂ ਜਾ ਸਕਦਾ ਉਸ ਪਿਆਰ ਨੂੰ। ਔਰ ਦੁਨੀਆ ਸ਼ਬਦਾਂ ਦੀ ਗੁਲਾਮ ਹੈ। ਕੁਛ ਦੇਖਣਾ ਚਾਹੁੰਦੀ ਹੈ, ਦੇਖਣ ਦੀ ਗੁਲਾਮ ਹੈ, ਪਰ ਉਹ ਬਿਨ ਦੇਖੇ ਬਿਨ ਸੁਣੇ ਹੈ ਜੇ ਆਉਣ ਵਾਲੀਆਂ ਗੱਲਾਂ ਨੇ। ਬੋਲ ਕੇ ਕੁਛ ਨਹੀਂ ਦੱਸਿਆ ਸਕਦਾ। ਫਿਰ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਬਹੁਤ ਬੋਲ ਕੇ ਦੱਸਣੇ ਦੀ, ਪਰ ਕੋਟਾਂ ਵਿੱਚੋਂ ਕੋਈ ਸਮਝਦਾ ਹੈ। ਇਹਦਾ ਆਪਣਾ ਜਦੋਂ ਅਨੁਭਵ ਹੋਏਗਾ, ਉਸ ਰਸਤੇ 'ਤੇ ਚੱਲੋਗੇ, ਉਸ ਡਗਰ 'ਤੇ ਚੱਲ ਕੇ ਡਿੱਗਦੇ ਬਹਿੰਦੇ ਸੌਂਦੇ ਖਾਂਦੇ ਜਦੋਂ ਤੁਸੀਂ ਖੁਦ ਅਨੁਭਵ ਕਰੋਗੇ, ਫਿਰ ਪਤਾ ਲੱਗਦਾ ਇਹਨਾਂ ਪੀੜਾਂ ਦਾ, ਇਸ ਦਰਦ ਦਾ, ਇਸ ਪ੍ਰੇਮ ਦਾ। ਫਿਰ ਪਤਾ ਲੱਗਦਾ ਕਿ ਉਹ ਕੀ ਚੀਜ਼ ਆ। ਤਾਂ ਹੀ ਬਾਬਾ ਬੁੱਲੇ ਸ਼ਾਹ ਕਹਿੰਦੇ, ਚਿੱਟੀ ਚਾਦਰ ਲਾ ਸੁੱਟ ਕੁੜੀਏ, ਪਹਿਨ ਫਿਰ ਹੀਰਾਂ ਦੀ ਲੋਈ। ਕਿ ਇਸ ਚਿੱਟੀ ਚਾਦਰ 'ਤੇ ਜਿੰਨਾ ਚਿਰ ਤੂੰ ਪਹਿਨ ਰੱਖੇਂਗੀ, ਇਹ ਦੁਨੀਆ ਤੇਰੇ ਦਾਗ ਹੀ ਲਗਾਏਗੀ। ਇਹ ਦੁਨੀਆ ਦੇ ਅਨੁਸਾਰ ਜਦੋਂ ਤੂੰ ਨਹੀਂ ਚੱਲੇਗਾ, ਇਸ ਦਾਗ 'ਤੇ ਤੇਰੇ, ਇਸ ਚਾਦਰ ਦੇ ਉੱਤੇ ਤੇਰੇ ਦਾਗ ਹੀ ਦਾਗ ਲਾਉਣਗੇ। ਉਹ ਇੰਨੀ ਇੱਕ ਗੱਲ 'ਤੇ ਦੁਨੀਆ ਤੈਨੂੰ ਬਦਨਾਮ ਕਰ ਦੇਗੀ, ਪਰ ਉਹ ਨਹੀਂ ਦੇਖ ਸਕਦੀ ਤੇਰੇ ਹਿਰਦਿਆਂ ਨੂੰ, ਕਿਉਂਕਿ ਉਹਨੂੰ ਪਛਾਣ ਨਹੀਂ, ਉਸ ਸੱਚ ਦੀ ਪਛਾਣ ਨਹੀਂ ਹੈ। ਉਹਨਾਂ ਲਈ ਧਰਮ ਹੈ ਕਿਸੇ ਭੀੜ ਦਾ ਹਿੱਸਾ ਹੋ ਜਾਣਾ, ਕਿਸੇ ਜਾਤ ਦਾ ਹਿੱਸਾ ਹੋ ਜਾਣਾ, ਕਿਸੇ ਡੇਰੇ ਦਾ ਹਿੱਸਾ ਹੋ ਜਾਣਾ, ਕਿਸੇ ਆਸ਼ਰਮ ਦਾ ਹਿੱਸਾ ਹੋ ਜਾਣਾ, ਕਿਸੇ ਤੋਂ ਨਾਮ ਲੈ ਲੈਣਾ। ਉਹਨਾਂ ਲਈ ਇਹੀ ਧਰਮ ਆ। ਕਿਸੇ ਗੁਰਦੁਆਰੇ ਮੰਦਿਰ 'ਚ ਜਾ ਕੇ ਮੱਥਾ ਟੇਕ ਲੈਣਾ, ਕਿਸੇ ਨੂੰ ਮੰਨ ਲੈਣਾ ਕਿ ਮੇਰਾ ਪੀਰ ਹੈ, ਮੇਰਾ ਗੁਰੂ ਹੈ, ਮੇਰਾ ਧਾਰਮਿਕ ਸਥਾਨ ਹੈ। ਉਹ ਉਹਨਾਂ ਤੋਂ ਪਾਰ ਦੀਆਂ ਗੱਲਾਂ ਕਰਦੇ ਪਏ ਨੇ। ਅਤੇ ਫਿਰ ਦੁਨੀਆ ਜਦੋਂ ਇਸ ਹਕੀਕਤ ਦੱਸਦੇ ਪਏ ਨੇ, ਉਹ ਤਾਂ ਮੰਦਰਾਂ ਮਸੀਤਾਂ ਨੂੰ ਠੁਕਰਾਉਂਦੇ ਪਏ ਨੇ ਨਾ। ਜਾ ਵੜਦੇ ਮੰਦਰ ਮਸੀਤੇ ਹੈ, ਕਦੀ ਮਨ ਆਪਣੇ ਵਿੱਚ ਵੜਿਆ ਨਹੀਂ। ਉਹ ਖਿਲਾਫ ਸੀ ਇਹਨਾਂ ਮੰਦਰਾਂ ਗੁਰਦੁਆਰਿਆਂ ਦੇ ਜਾਣੇ ਦੇ, ਕਿਉਂਕਿ ਉੱਥੇ ਭੇੜ ਜਾਂਦੀ ਹੈ, ਉੱਥੇ ਅੰਨੇ ਜਾਂਦੇ ਨੇ, ਅੰਨਿਆਂ ਦੇ ਕੋਲ ਬੈਠਣ ਜਾਂਦੇ ਨੇ। ਅਤੇ ਇਸ ਕਰਕੇ ਫਿਰ ਉਹ ਕਹਿੰਦੇ ਸੀ ਕਿ ਜਿੰਨਾ ਚਿਰ ਤੂੰ ਇਹ ਚਿੱਟੀ ਚਾਦਰ ਪਹਿਨ ਕੇ ਫਿਰਦੀ ਆ, ਉਨਾ ਚਿਰ ਹੀ ਦੁਨੀਆ ਤੈਨੂੰ ਦਾਗ ਲਾ ਸਕਦੀ ਆ। ਜਦੋਂ ਤੂੰ ਦੁਨੀਆ ਦੇ ਰੀਤੀ ਰਿਵਾਜ ਦੇ ਅਨੁਸਾਰ ਨਹੀਂ ਚੱਲੂਗੀ, ਉਨੇ ਚਿਰ ਤੇਰੇ ਦਾਗ ਲਾ ਸਕਦੇ। ਇਸ ਚਾਦਰ ਨੂੰ ਲਾ ਕੇ ਸੁੱਟਦੇ, ਚਿੱਟੀ ਚਾਦਰ ਨੂੰ ਦਾਗ ਲੱਗਣਗੇ। ਅਤੇ ਲੋਈ ਨੂੰ ਦਾਗ ਨਾ ਕੋਈ, ਕਿ ਫਕੀਰਾਂ ਵਾਲੀ ਲੋਈ ਪਹਿਨ ਲਾ, ਉਸ ਨੂੰ ਕੋਈ ਦਾਗ ਨਹੀਂ ਲਗਾ ਸਕਦਾ। ਲਾਏਗੀ ਪਰ ਤੈਨੂੰ ਕੋਈ ਪਤਾ ਤੱਕ ਵੀ ਨਹੀਂ ਕਿ ਇਹ ਅੰਨੇ ਜਦੋਂ ਦਾਗ ਲਾਣ ਵੇਗੀ ਤਾਂ ਪਤਾ ਕਿ ਕਿਉਂ ਲਾ ਰਹੇ ਨੇ, ਕਿਉਂਕਿ ਅਣਜਾਣ ਹੈ, ਸਮਝ ਨਹੀਂ ਰਹੇ, ਮੁਰਦੇ ਨੇ। ਇਹਨਾਂ ਦਾ ਹਿਰਦਾ ਮਰ ਚੁੱਕਾ ਹੈ। ਇਹਨਾਂ ਨੂੰ ਕੀ ਪਤਾ ਉਸ ਹਿਰਦੇ ਦਾ, ਜਿਸ ਹਿਰਦੇ ਦੀ ਅਸੀਂ ਗੱਲ ਕਰਦੇ ਪਏ, ਜਿਸ ਪ੍ਰੇਮ ਦੀ ਅਸੀਂ ਗੱਲ ਕਰਦੇ ਹਾਂ, ਉਹ ਬਿਨਾਂ ਸੁਣੇ ਬਿਨਾਂ ਦੇਖੇ ਦੀਆਂ ਗੱਲਾਂ ਨੇ ਜਿਹੜੀਆਂ ਅਸੀਂ ਕਰਦੇ ਹਾਂ। ਬਿਨਾਂ ਅੱਖੀਂ ਦੇਖਣਾ, ਬਿਨ ਕੰਨੀ ਸੁਣਨਾ, ਬਿਨ ਇਸ ਦੇਹ ਤੋਂ ਮਹਿਸੂਸ ਕਰਨ ਵਾਲੀਆਂ ਗੱਲਾਂ ਨੇ, ਜੀਣ ਵਾਲੀਆਂ ਗੱਲਾਂ ਨੇ। ਉਸ ਵਿੱਚ ਜੀਣਾ, ਉਸ ਪਿਆਰ ਵਿੱਚ। ਔਰ ਅਸੀਂ ਗਿੱਜੇ ਹੋਏ ਤਸਵੀਰਾਂ ਨਾਲ ਪਿਆਰ ਕਰਨਾ, ਦੇਹਾਂ ਨਾਲ ਪਿਆਰ ਕਰਨਾ, ਕਿਸੇ ਚੀਜ਼ ਨਾਲ ਪਿਆਰ ਕਰਨਾ, ਕਿਸੇ ਜਗ੍ਹਾ ਨਾਲ ਪਿਆਰ ਕਰਨਾ, ਅਤੇ ਉਹ ਇਸ ਤੋਂ ਪਾਰ ਦੀਆਂ ਗੱਲਾਂ ਕਰਦੇ ਪਏ ਨੇ। ਅਤੇ ਕਿਸ ਤਰ੍ਹਾਂ ਆਮ ਇਨਸਾਨ ਸਮਝ ਲਏਗਾ ਜਿਹੜਾ ਮਾਇਆ ਦਾ ਗੁਲਾਮ ਹੈ। ਸੁਲਤਾਨ ਬਾਬੂ ਕਹਿੰਦੇ ਨੇ, ਕਿਤੇ ਇਸ ਤਰ੍ਹਾਂ ਕਹਿੰਦੇ ਨੇ ਕਿ ਉਹ ਕੀ ਜਾਣਨ ਸਾਡਾ ਹਾਲ, ਜਿਹੜੇ ਮਾਇਆ ਦੇ ਪੁਜਾਰੀ ਨੇ, ਇਸ ਸੰਸਾਰ ਦੇ ਗੁਲਾਮ ਨੇ, ਉਹ ਸਾਡਾ ਹਾਲ ਕੀ ਜਾਣਨ, ਉਹ ਸਾਡੇ ਦਰਦ ਨੂੰ ਕੀ ਜਾਣਨ। ਸੂਫੀਆਂ ਨੇ ਜਿੰਨਾ ਦਰਦ ਬਿਆਨ ਕੀਤਾ ਨਾ, ਸੰਤਾਂ ਨੇ ਕਿਸੇ ਨੇ ਨਹੀਂ ਕੀਤਾ। ਜੇ ਤੁਸੀਂ ਖੁਦ ਉਸ ਦਰਦ ਨੂੰ ਮਹਿਸੂਸ ਕਰੋਗੇ ਤਾਂ ਉਹਨਾਂ ਦੇ ਦਰਦ ਨੂੰ ਵੀ ਮਹਿਸੂਸ ਕਰੋਗੇ, ਔਰ ਉਹਨਾਂ ਨਾਲ ਪਿਆਰ ਜਾਗੇਗਾ। ਉਹਨਾਂ ਦੀ ਬਾਣੀ ਨੂੰ ਉਠਾ ਕੇ ਪੜ੍ਹਨੇ ਨੂੰ ਜੀ ਕਰੇਗਾ, ਕਿਉਂਕਿ ਤੁਹਾਡੀ ਤਾਲਮੇਲ ਉਹਨਾਂ ਨਾਲ ਬੈਠਦੀ ਆ, ਕਿਉਂਕਿ ਉਹਨਾਂ ਦਾ ਦਰਦ ਤੁਹਾਨੂੰ ਆਪਣਾ ਦਰਦ ਲੱਗਦਾ ਹੈ, ਕਿਉਂਕਿ ਤੁਸੀਂ ਉਸ ਦਰਦ ਵਿੱਚ ਗੁਜ਼ਰ ਰਹੇ ਹੋ, ਉਸ ਪਿਆਰ ਵਿੱਚ ਗੁਜ਼ਰ ਰਹੇ ਹੋ। ਇੱਕ ਖੁਦ ਨੂੰ ਨਿਖਾਰਨੇ ਦਾ ਪਿਆਰ ਹੈ, ਇੱਕ ਖੁਦ ਦੇ ਸਰੂਪ ਨੂੰ ਪਹਿਚਾਨਣੇ ਦਾ, ਉਸ ਦੀ ਮਹਿਕ ਦਾ ਇੱਕ ਪਿਆਰ ਹੈ, ਇੱਕ ਦਰਦ ਹੈ, ਜਿਸ ਤੋਂ ਗੁਜ਼ਰੇ ਬਿਨਾਂ ਉਹ ਪਿਆਰ ਨਹੀਂ ਪੈਦਾ ਹੁੰਦਾ।
ਜਿਸ ਤਰ੍ਹਾਂ ਮਾਂ ਦਰਦ ਤੋਂ ਗੁਜ਼ਰੇ ਬਿਨਾਂ ਇੱਕ ਬੱਚੇ ਨੂੰ ਜਨਮ ਨਹੀਂ ਦੇ ਸਕਦੀ। ਇੱਕ ਕਿਸੇ ਤੋਂ ਪਲਿਆ ਪਲਾਇਆ ਬੱਚਾ ਲੈ ਲੈਣਾ, ਉਹ ਕੁਛ ਗੱਲ ਹੋ ਰਹਾ, ਉਹ ਦਰਦ ਨਹੀਂ ਉਸਨੇ ਸਹਿਆ, ਉਸ ਨਾਲ ਉਹ ਪਿਆਰ ਨਹੀਂ ਜਾਗ ਸਕਦਾ, ਉਹ ਦਰਦ ਨਹੀਂ ਮਹਿਸੂਸ ਕੀਤਾ। ਔਰ ਇੱਕ ਅਸਲੀ ਫੁੱਲ ਔਰ ਨਕਲੀ ਫੁੱਲ 'ਚ ਬਹੁਤ ਫਰਕ ਹੁੰਦਾ। ਤੇ ਸਾਡਾ ਪਿਆਰ ਨਕਲੀ ਹੈ, ਨਕਲੀ ਫੁੱਲ ਦੀ ਤਰ੍ਹਾਂ ਹੈ, ਨਕਲੀ ਮਾਂ ਦੀ ਤਰ੍ਹਾਂ ਹੈ ਜਿਸ ਨੇ ਕਿਸੇ ਦਾ ਬੱਚਾ ਗੋਦ ਲੈ ਲਿਆ ਹੈ। ਇਸੇ ਤਰ੍ਹਾਂ ਅਸੀਂ ਧਰਮ ਨੂੰ ਗੋਦ ਲੈ ਲਿਆ, ਜਾਤੀ ਦੇ ਨਾਂ 'ਤੇ ਜਾਤੀ ਦਾ ਕੋਈ ਗੁਰੂ ਬਣਾ ਲਿਆ ਹੈ, ਸਿਰਫ ਉਹਨਾਂ ਜਾਤੀ ਮਿਲਦੀ ਹੈ। ਕਿਸੇ ਧਾਰਮਿਕ ਸਥਾਨ ਨਾਲ ਜੁੜ ਗਏ ਕਿਉਂਕਿ ਸਾਡੀ ਜਾਤੀ ਦਾ ਹੈ, ਸਾਡੇ ਕੌਮ ਦਾ ਹੈ, ਸਾਡਾ ਸਮੂਹ ਹੈ, ਉਹ ਸਾਰੇ ਇੱਕੋ ਤਰ੍ਹਾਂ ਦੇ ਲੋਕ ਉੱਥੇ ਬੈਠਦੇ ਜਾ ਕੇ। ਤੁਹਾਨੂੰ ਹੈਰਾਨੀ ਨਹੀਂ ਆਉਂਦੀ ਦੇਖ ਕੇ ਕਿ ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ, ਪਿਆਰ ਕਿਸ ਤਰ੍ਹਾਂ ਹੋ ਸਕਦਾ ਹੈ ਜਿੱਥੇ ਇੱਕੋ ਤਰ੍ਹਾਂ ਦੇ ਸਾਰੇ। ਪਿਆਰ ਨਾ ਰੰਗ ਦੇਖਦਾ, ਨਾ ਰੂਪ ਦੇਖਦਾ, ਨਾ ਕੋਈ ਪਹਿਚਾਣ ਦੇਖਦਾ, ਸਦਾ ਆਜ਼ਾਦ ਹੁੰਦਾ, ਮੁਕਤ ਹੁੰਦਾ। ਉਹ ਪਿਆਰ ਵੀ ਉਹੀ ਕਰ ਸਕਦਾ। ਅਸਲੀ ਪਿਆਰ ਦੀ ਮਹਿਕ ਔਰ ਅਸਲੀ ਪਿਆਰ ਦਾ ਨਸ਼ਾ ਸਾਨੂੰ ਪਤਾ ਹੀ ਨਹੀਂ। ਉਹ ਖੁਦ ਨੂੰ ਪਰਖੇ ਬਿਨਾਂ, ਖੁਦ ਨੂੰ ਖੋਜੇ ਬਿਨਾਂ ਉਹ ਪਿਆਰ ਪੈਦਾ ਨਹੀਂ ਹੋ ਸਕਦਾ। ਜਿੱਦਾਂ ਚਿਹਰੇ ਦੌੜ ਬਾਹਰ ਨੂੰ ਹੈ, ਇਹੀ ਨਿਸ਼ਾਨੀ ਹੈ ਕਿ ਦੂਸਰੇ ਵੱਲ ਤੁਸੀਂ ਭੱਜ ਰਹੇ ਆ ਜੇ ਨਹੀਂ ਜਾਗੇ। ਲੱਖ ਤੁਸੀਂ ਢੋਲ ਵਜਾਓ ਕਿਸੇ ਦਾ ਵੀ, ਇਹਨੂੰ ਪਿਆਰ ਨਹੀਂ ਕਹਿੰਦੇ। ਤੁਸੀਂ ਸੱਜ ਕੇ ਇੱਕ ਕੁਰਸੀ 'ਤੇ ਬੈਠ ਸਕਦੇ ਹੋ, ਪਾਵਰੇ ਕੱਪੜੇ ਪਾ ਕੇ, ਚਿੱਟੇ ਕੱਪੜੇ ਪਾ ਕੇ। ਤੁਸੀਂ ਦੁਨੀਆ ਨੂੰ ਮੂਰਖ ਬਣਾ ਸਕਦੇ ਹੋ, ਆਤਮ ਗਿਆਨੀ ਨੂੰ ਮੂਰਖ ਨਹੀਂ ਬਣਾ ਸਕਦੇ। ਅੱਜ ਉਹ ਹੈ ਨਹੀਂ ਤਾਂ ਇੱਕ ਚਪਾਤਾ ਮਾਰਦੇ ਮੂੰਹ 'ਤੇ ਕਿ ਇਹ ਤਾਂ ਧਰਮ ਮੈਂ ਸਿਖਾਇਆ ਹੀ ਨਹੀਂ। ਇਹ ਤਾਂ ਮੇਰੇ ਲਫ਼ਜ਼, ਮੇਰੀ ਬਾਣੀ ਕਹਿ ਨਹੀਂ ਰਹੀ ਹੈ ਜੋ ਤੂੰ ਕਰ ਰਿਹਾ। ਮੈਂ ਕਦ ਕਿਹਾ ਸੀ ਤੂੰ ਮੇਰੇ ਨਾਂ ਦੇ ਝੰਡੇ ਗੱਡੀ? ਮੈਂ ਕਦ ਕਿਹਾ ਸੀ ਤੂੰ ਮੇਰੀ ਮੂਰਤੀ ਨੂੰ ਰੱਖ ਕੇ ਪੂਜੀ? ਮੈਂ ਕਦ ਕਿਹਾ ਸੀ ਤੂੰ ਮੇਰੀ ਜਾਤੀ ਦੇ ਨਾਂ 'ਤੇ ਭੀੜ ਪੈਦਾ ਕਰੀ? ਮੈਂ ਕਦੋਂ ਕਿਹਾ ਸੀ ਤੂੰ ਦੁਨੀਆ ਨੂੰ ਇਸ ਤਰ੍ਹਾਂ ਗੁੰਮਰਾਹ ਕਰੀ ਮੇਰੀ ਜਾਤੀ ਦੇ ਔਰ ਮੇਰੇ ਧਰਮ ਦੇ ਨੂੰ ਇੱਕ ਘੇਰੇ 'ਚ ਬਣਾ ਲਈ? ਮੈਂ ਉਹ ਧਰਮ ਤਾਂ ਕਦੀ ਬਣਾਇਆ ਹੀ ਨਹੀਂ। ਮੈਂ ਤਾਂ ਆਜ਼ਾਦੀ ਦਾ ਧਰਮ ਬਣਾਇਆ, ਮੈਂ ਤਾਂ ਪ੍ਰੇਮ ਦਾ ਧਰਮ ਬਣਾਇਆ, ਮੈਂ ਤਾਂ ਇੱਕ ਰੰਗ ਦਾ ਧਰਮ ਬਣਾਇਆ। ਆਸਮਾਨ ਹੋ ਜਾਣਾ, ਸ਼ੂਨਿਆ ਹੋ ਜਾਣਾ। ਨਾ ਅਸਮਾਨ ਦਾ ਕੋਈ ਸ਼ੁਰੂਆਤ ਹੁੰਦੀ ਹੈ, ਨਾ ਐਂਡ ਹੁੰਦਾ। ਔਰ ਸ਼ੂਨਿਆਂ ਦਾ ਵੀ ਕੋਈ ਰੰਗ ਨਹੀਂ ਹੁੰਦਾ, ਕੋਈ ਰੂਪ ਨਹੀਂ ਹੁੰਦਾ, ਕੋਈ ਆਕਾਰ ਨਹੀਂ ਹੁੰਦਾ। ਮਿਟਣੇ ਨੂੰ ਕਹਿ ਰਹੇ ਨੇ ਔਰ ਤੁਸੀਂ ਕੁਛ ਬਣ ਕੇ ਬੈਠ ਗਏ ਨੇ। ਇਹ ਮੇਰੀਆਂ ਗੱਲਾਂ ਕਿਸ ਤਰ੍ਹਾਂ ਹੋ ਸਕਦੀਆਂ? ਮੇਰਾ ਗਿਆਨ ਕਿਸ ਤਰ੍ਹਾਂ ਹੋ ਸਕਦਾ? ਇੰਨਾ ਵੱਡਾ ਧੋਖਾ ਮੇਰੇ ਨਾਲ, ਜੇ ਉਹ ਅੱਜ ਜੀਂਦੇ ਹੋਣ ਤਾਂ। ਲੇਕਿਨ ਅਸੀਂ ਜ਼ਿਆਦਾਤਰ ਮਰਨੇ ਤੋਂ ਬਾਅਦ ਹੀ ਉਸਦੇ ਗਿਆਨ ਨੂੰ ਚੁੱਕ ਕੇ ਸ਼ੋਰ ਮਚਾਉਂਦੇ ਹਾਂ। ਜੀਂਦੇ ਜੀ ਸੰਭਵ ਨਹੀਂ। ਦਿਖਾਵੇ ਦੀ ਗੱਲ ਤਾਂ ਅਸੀਂ ਕਰ ਲਈ, ਪਰ ਕੀ ਤੁਹਾਨੂੰ ਪਤਾ ਹੈ ਕਿ ਇਹਨਾਂ ਸਫੇਦ ਕੱਪੜਿਆਂ ਦੇ ਪਿੱਛੇ, ਇਹਨਾਂ ਭਾਵਰੇ ਕੱਪੜਿਆਂ ਦੇ ਪਿੱਛੇ ਕਰੋੜਾਂ ਦੇ ਚੈੱਕ ਔਰ ਨੇਤਾ ਮੰਤਰੀ ਦਾ ਖੇਲ ਕਿਸ ਤਰ੍ਹਾਂ ਚੱਲਦਾ ਹੈ? ਅਗਲੇ ਭਾਗ ਵਿੱਚ ਦੇਖਾਂਗੇ ਕਿ ਕਿਸ ਤਰ੍ਹਾਂ ਤੁਹਾਡੀ ਰੂਹ ਦਾ ਸੌਦਾ ਕੀਤਾ ਜਾਂਦਾ ਹੈ।